अमृत ज्ञान है मानक भगत वैराग। गुरु ग्रंथ साहिब उदद बंदों कर अनुराग। गुरु ग्रंथ साहिब उदद बंदों कर अनुराग। सतनाम श्री वाहिगुरु साहिब जीओ। दोहरा ते बिन मोल आहार को, जैसी रुच जै होए। एक मनुज मोको मिला, शुभ सुभाए जै कोई। वाहिगुरु जी का खालसा वाहिगुरु जी की फतेह। जोगो जोगा टल सतगुरु श्री गुरु ग्रंथ साहिब जी महाराज जी की पावन पवित्र हजूरी च बैठी गुरु की ताजी और नवाजी हुई। सतगुरां दे परम प्यार च परोती हुई गुरु रंग चरंगी हुई। खालसा साध संगत जीओ धनता दे पात्र हो। पिछले पैरां दे सजे हुए दीवानां च हाजरियां भर के सतगुरु नौवें पातशाह वैराग त्याग अनुराग दी मूरत जगत गुरु श्री गुरु तेग बहादुर साहिब जी महाराज जी की किरपा सतगुरां दी दया दे पात्र बन रहे हो। ਵੱਡੇ ਭਾਗ ਹਨ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਕਹਿਣ ਤੇ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਸਤਿਗੁਰੂ ਜੀ ਚਲਦਿਆਂ ਚਲਦਿਆਂ ਇੱਕ ਐਸੇ ਨਗਰ ਵਿੱਚ ਆਏ ਨੇ ਜਿਸ ਨਗਰ ਦਾ ਨਾਮ ਸਵਰਨਪੁਰ ਹੈ। ਸੌਨਦੀਪ, ਜਿਸ ਕਰਕੇ ਇਸ ਨੂੰ ਜਗਤ ਵਿੱਚ ਪ੍ਰਸਿੱਧ ਨਾਮ ਸੌਨਦੀਪ ਕਰਕੇ ਜਾਣਿਆ ਜਾਂਦਾ ਹੈ। ਬੜਾ ਸੁੰਦਰ ਨਗਰ ਹੈ। ਦੂਰ ਦੂਰ ਤੱਕ ਸੋਨੇ ਦੀ ਕਢਾਈ ਨਗਰ ਤੇ ਕੱਢੀ ਹੋਈ ਹੈ। ਭਾਈ ਮਰਦਾਨਾ ਜੀ ਕਹਿੰਦੇ, ਸਤਿਗੁਰੂ ਜੀ ਆਗਿਆ ਹੋਵੇ ਤਾਂ ਨਗਰ 'ਚ ਜਾਵਾਂ। ਮਹਾਰਾਜ ਜੀ ਕਹਿੰਦੇ, ਜਾਓ, ਜਾ ਕੇ ਭੋਜਨ ਛਕ ਲਓ। ਕਹਿੰਦੇ, ਮਹਾਰਾਜ ਮਾਇਆ ਬਿਨਾਂ ਕਿਵੇਂ ਜਾਵਾਂਗਾ। ਸਤਿਗੁਰਾਂ ਆਖਿਆ, ਕੋਈ ਮਾਇਆ ਨਹੀਂ ਲੈਂਦਾ, ਜੋ ਤੇਰੀ ਇੱਛਾ ਹੋਵੇ ਛਕ ਲਵੀਂ। ਭਾਈ ਮਰਦਾਨਾ ਜੀ ਜਦੋਂ ਇਸ ਨਗਰ ਵਿੱਚ ਗਏ, ਅੱਗੇ ਬੜੇ ਸੋਹਣੇ ਬਾਜ਼ਾਰ, ਦੁਕਾਨਾਂ ਬਣੀਆਂ ਹੋਈਆਂ, ਮਠਿਆਈਆਂ ਦੀਆਂ ਭਰੀਆਂ, ਸੋਨੇ ਨਾਲ ਮੜੀਆਂ ਹੋਈਆਂ ਦੁਕਾਨਾਂ। ਭਾਈ ਮਰਦਾਨਾ ਜੀ ਉੱਥੇ ਵਿਚਰਦੇ ਆ, ਵੇਖਦੇ ਆ, ਇੱਕ ਧਰਮ ਸਿੰਘ ਨਾਮ ਦਾ ਵਿਅਕਤੀ ਮਿਲਿਆ ਹੈ। ਉਹਨੂੰ ਪੁੱਛਦੇ ਆ, ਜੇ ਮੈਂ ਕੁਝ ਛਕਣਾ ਹੋਵੇ। ਕਹਿੰਦੇ, ਇੱਥੇ ਛਕਣ ਵਾਸਤੇ ਕੋਈ ਪੈਸੇ ਨਹੀਂ ਲੈਂਦੇ। ਇਹ ਜਿੰਨੇ ਮਠਿਆਈਆਂ ਦੀਆਂ ਦੁਕਾਨਾਂ ਨੇ, ਇਹ ਪਰਉਪਕਾਰ ਵਾਸਤੇ ਮਠਿਆਈਆਂ ਲੋਕਾਂ ਨੂੰ ਛਕਣ ਵਾਸਤੇ ਦਿੰਦੇ ਹਨ। ਭਾਈ ਮਰਦਾਨਾ ਜੀ ਕਹਿੰਦੇ, ਵੀਰ ਜੇ ਤੂੰ ਹੀ ਲੈ ਕੇ ਦੇ ਦੇਵੇਂ। ਉਹਨੇ ਪੁੱਛਿਆ, ਤੇਰੇ ਨਾਲ ਕੋਈ ਸਾਥੀ ਹੈਣ? ਕਹਿੰਦਾ, ਉਹ ਤਾਂ ਪਾਉਣਹਾਰੀ ਨੇ, ਉਹ ਨਹੀਂ ਕੁਝ ਛਕਦੇ, ਮੈਨੂੰ ਛਕਣ ਵਾਸਤੇ ਲੈ ਦੇ। 2.5 ਸੇਰ ਮਠਿਆਈ ਲੈ ਕੇ ਭਾਈ ਮਰਦਾਨੇ ਨੂੰ ਦਿੱਤੀ। ਭਾਈ ਸਾਹਿਬ ਨੇ ਛਕੀ। ਨਗਰ ਵਿੱਚ ਵਿਚਰ ਕੇ, ਨਗਰ ਫਿਰ ਕੇ ਵੇਖਿਆ, ਬੜਾ ਸੁੰਦਰ ਨਗਰ ਹੈ। ਬੜੇ ਸੋਹਣੇ ਬਾਗ ਬਗੀਚੇ ਨਗਰ ਦੇ ਵਿੱਚ ਸ਼ੋਭਦੇ ਹਨ, ਨਜ਼ਰ ਆਉਂਦੇ ਹਨ। ਲੋਕ ਬੜੇ ਸੁੰਦਰ ਦੇਵਤਿਆਂ ਵਰਗੇ। ਭਾਈ ਸਾਹਿਬ ਜੀ ਸਾਰੇ ਨਗਰ ਦੀ ਸੈਰ ਕਰਕੇ ਵਾਪਸ ਮਹਾਰਾਜ ਜੀ ਕੋਲ ਆਏ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ। ਮਹਾਰਾਜ ਜੀ ਪੁੱਛਦੇ ਆ, ਮਰਦਾਨਿਆ ਬੜਾ ਖੁਸ਼ ਹੈ, ਕਿਸ ਤਰ੍ਹਾਂ ਦਾ ਨਗਰ ਵੇਖਿਆ? ਸੁਣ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੇ ਬਿਨ ਮੋਲ ਆਹਾਰ ਕੋ, ਜੈਸੀ ਰੁਚ ਜੈ ਹੋਏ। ਕਹਿਣ ਲੱਗੇ, ਜੀ ਮਹਾਰਾਜ ਇੱਥੇ ਤਾਂ ਬਿਨਾਂ ਮੁੱਲ ਲਿਆ, ਬਿਨਾਂ ਪੈਸੇ ਲਿਆ, ਜਿਹੋ ਜੀ ਕਿਸੇ ਦੀ ਰੁਚੀ ਹੋਵੇ ਉਦਾਂ ਦਾ ਭੋਜਨ ਦਿੰਦੇ ਆ ਛਕਣ ਨੂੰ।
ਉਹ ਵੀ ਪਕਾ ਕੇ ਦਿੰਦੇ ਨੇ। ਅਨੇਕ ਪ੍ਰਕਾਰ ਦੀਆਂ ਮਠਿਆਈਆਂ ਪੱਕ ਕੇ ਮਿਲਦੀਆਂ ਹਨ। ਏਕ ਮਨੁਜ ਮੋਕੋ ਮਿਲਾ ਸ਼ੁਭ ਸੁਭਾਈ ਜੈ ਕੋਈ। ਮਹਾਰਾਜ ਜੀ, ਇਸ ਨਗਰ ਵਿੱਚ ਮੈਨੂੰ ਇੱਕ ਸੱਜਣ ਪੁਰਸ਼ ਮਿਲਿਆ। ਉਹਦਾ ਨਾਮ ਭਾਈ ਧਰਮ ਸਿੰਘ ਸੀ। ਬੜਾ ਚੰਗਾ ਸੁਭਾਅ ਸੀ ਉਸਦਾ, ਨੇਕ ਸੁਭਾਅ ਸੀ। ਚੌਪਈ ਤੈ ਭੋਜਨ ਬੋ ਮੁਝੇ ਦਿਵਾਇਆ। ਉਹਨੇ ਮੈਨੂੰ ਇੱਕ ਮਠਿਆਈ ਦੀ ਦੁਕਾਨ ਤੋਂ ਛਕਣ ਵਾਸਤੇ ਭੋਜਨ ਦਵਾਇਆ। ਇਸ ਬਿਦ ਮੁਖ ਤੇ ਵਾਕੇ ਅਲਾਇਆ। ਔਰ ਭੋਜਨ ਦਵਾਉਣ ਵੇਲੇ ਉਹਨੇ ਆਪਣੇ ਮੁਖੋਂ ਮੈਨੂੰ ਇਹ ਬਚਨ ਕਹੇ ਸਨ। ਜੀਤੋ ਔਰ ਅਹੀਂ ਤੁਝ ਸੰਗਾ। ਆਖਿਆ, ਜੇ ਤੇਰੇ ਨਾਲ ਤੇਰੇ ਕੁਝ ਸੰਗੀ ਹੋਰ ਹੈਣ ਬਾਹਰ, ਜਿਹੜੇ ਤੇਰੇ ਨਾਲ ਇੱਥੇ ਚੱਲ ਕੇ ਨਹੀਂ ਆ ਸਕੇ, ਤਿਨ ਆਹਾਰ ਲੈ ਜਾਓ ਨਿਸ਼ੰਗਾ। ਨਿਸ਼ੰਕ ਹੋ ਕੇ ਉਹਨਾਂ ਵਾਸਤੇ ਵੀ ਭੋਜਨ ਲੈ ਜਾ। ਮੈਨੂੰ ਤਾਂ ਉਹਨੇ ਦਿੱਤਾ ਹੀ ਲੈ ਕੇ। ਉਹ ਕਹਿੰਦਾ, ਜੇ ਤੇਰੇ ਨਾਲ ਤੇਰੇ ਸਾਥੀ ਨੇ, ਉਹ ਇੱਥੇ ਨਹੀਂ ਆਏ, ਤਾਂ ਉਹਨਾਂ ਵਾਸਤੇ ਵੀ ਨਿਸ਼ੰਕ ਹੋ ਕੇ ਭੋਜਨ ਲੈ ਜਾ। ਮੈਂ ਪਾਖੀ ਹੈ ਸੰਗੀ ਦੋ। ਮੈਂ ਫਿਰ ਉਹਨੂੰ ਦੱਸਿਆ, ਆਖਿਆ, ਧਰਮ ਸਿੰਘ ਜੀ, ਮੇਰੇ ਨਾਲ ਮੇਰੇ ਦੋ ਸੰਗੀ ਹੋਰ ਹਨ। ਨੈ ਖਾਵਤ ਸੰਤੋਖੀ ਸੋ। ਉਹ ਤਾਂ ਛਕਦੇ ਨਹੀਂ ਕੁਝ, ਉਹ ਤਾਂ ਸੰਤੋਖੀ ਨੇ, ਪੌਣ ਆਹਾਰੀ ਹਨ। ਪ੍ਰਿਥਮੈ ਤ੍ਰਿਪਤਿਓ ਖਾਏ ਆਹਾਰਾ। ਏਦਾਂ ਮਹਾਰਾਜ ਜੀ, ਮੈਂ ਉੱਥੇ ਚੰਗੀ ਤਰ੍ਹਾਂ ਰੱਜ ਕੇ ਭੋਜਨ ਛਕਿਆ। ਕਈ ਤਰ੍ਹਾਂ ਦੇ ਪਕਵਾਨ, ਮਠਿਆਈਆਂ ਸਨ ਮਹਾਰਾਜ, ਉਹ ਮੈਂ ਰੱਜ ਕੇ ਛਕੀਆਂ। 2.5 ਸੇਰ ਆਹਾਰ ਮਿਲਿਆ ਸੀ ਮੈਨੂੰ, ਮੈਂ ਉਹ ਸਾਰਾ ਹੀ ਛਕ ਕੇ ਨਿਬੇੜ ਦਿੱਤਾ। ਪੁਨ ਫਿਰ ਕੈ ਸਭ ਨਗਰ ਨਿਹਾਰਾ। ਭੋਜਨ ਛਕਣ ਤੋਂ ਬਾਅਦ ਫਿਰ ਮੈਂ ਨਗਰ ਦੀ ਸੈਰ ਕੀਤੀ। ਸਾਰੇ ਨਗਰ ਦੇ ਵਿੱਚ ਫਿਰ ਕੇ ਨਗਰ ਦੇ ਬਾਜ਼ਾਰ ਵੇਖੇ, ਬਣੇ ਘਰ ਵੇਖੇ, ਮਕਾਨ ਵੇਖੇ। ਸੁਨਿਓ ਬਿਗਸੇ ਦੀਨ ਨਿਵਾਜੂ। ਜਦੋਂ ਭਾਈ ਮਰਦਾਨਾ ਜੀ ਨੇ ਇਉਂ ਦੱਸਿਆ, ਸੁਣ ਕੇ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ ਖੇੜੇ ਵਿੱਚ ਆਏ। ਕਰਿਓ ਭਲਾ ਮਰਦਾਨੇ ਕਾਜੂ। ਮਹਾਰਾਜ ਜੀ ਮੁਸਕਰਾ ਕੇ ਕਹਿੰਦੇ, ਮਰਦਾਨਿਆ, ਇਹ ਤਾਂ ਫਿਰ ਚੰਗਾ ਕੰਮ ਕੀਤਾ ਤੈਂ, ਵਧੀਆ ਕੰਮ ਕਰਕੇ ਆਇਆ, ਤੇਰੇ ਮਨ ਨੂੰ ਭਾਉਂਦਾ ਹੋਇਆ ਕੰਮ ਹੋਇਆ। ਭਇਓ ਤੋਰ ਮਨ ਪਾਵਨ ਸਭਈ। ਤੇਰੀ ਮਨ ਭਾਉਂਦੀ ਹੋ ਗਈ ਆ ਮਰਦਾਨਿਆ, ਤੂੰ ਤਾਂ ਇਹੋ ਜਿਹਾ ਨਗਰ ਭਾਲਦਾ ਹੋਣਾ। ਤੇਰੇ ਮਨ ਭਾਉਂਦੇ ਨਗਰ ਤੈਨੂੰ ਪ੍ਰਾਪਤ ਹੋ ਗਏ ਹਨ। ਬੈਸੋ ਗਾਉ ਸ਼ਬਦ ਕੋ ਅਬਹੀ। ਚੱਲ ਹੁਣ ਭਜਨ ਕਰੀਏ, ਭੋਜਨ ਛਕ ਆਇਆ ਤੇ ਆ ਹੁਣ ਬਹਿ ਜਾ, ਕੀਰਤਨ ਕਰੀਏ, ਰਬਾਬ ਛੇੜ, ਪਰਮੇਸ਼ਰ ਦੀ ਕੀਰਤੀ ਗਾਈਏ। ਆਓ ਬਹਿ ਕੇ ਸਾਡੇ ਕੋਲ ਕੀਰਤਨ ਕਰੋ। ਬੈਠ ਗਿਓ ਬੂਜਤ ਪੁਨ ਐਸੇ। ਏਦਾਂ ਕੀਰਤਨ ਹੋਇਆ ਕੁਝ ਸਮੇਂ ਬਾਅਦ, ਤੇ ਫਿਰ ਮਹਾਰਾਜ ਜੀ ਨੂੰ ਪੁੱਛਦੇ ਭਾਈ ਮਰਦਾਨਾ ਜੀ, ਇਹ ਪੁਰ ਕਰਮ ਕਰਤ ਨਰ ਕੈਸੇ। ਮਹਾਰਾਜ ਜੀ, ਇਹ ਨਗਰ ਦੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਦੇ ਕਰਮ ਕਰਦੇ ਹਨ। ਮੈਂ ਬੜਾ ਹੈਰਾਨ ਹੋਇਆ ਕਿ ਦੁਕਾਨਾਂ ਭਰੀਆਂ ਪਈਆਂ ਛਕਣ ਛਕਾਣ ਦੇ ਪਦਾਰਥਾਂ ਨਾਲ, ਤੇ ਉਹ ਜਿਹਨੂੰ ਛਕਣ ਨੂੰ ਦਿੰਦੇ ਆ ਬਦਲੇ 'ਚ ਪੈਸੇ ਨਹੀਂ ਲੈਂਦੇ। ਮਹਾਰਾਜ ਜੀ, ਇਹ ਕਿਸ ਤਰ੍ਹਾਂ ਦਾ ਨਗਰ ਹੈ, ਮੈਂ ਤਾਂ ਵੇਖ ਕੇ ਬੜਾ ਹੈਰਾਨ ਹੋਇਆ। ਸਰਬ ਅਮੋਲੇ ਸੁਖ ਜਿਨ ਪਾਸੂ। ਔਰ ਫਿਰ ਇਹਨਾਂ ਕੋਲ ਅਮੋਲਕ ਸੁੱਖ ਨੇ। ਮਹਾਰਾਜ, ਦੁਕਾਨਾਂ ਤੇ ਜਿਨ੍ਹਾਂ ਨੇ ਸੋਨਾ ਮੜਿਆ ਹੋਇਆ, ਘਰ ਕਿਹੋ ਜਿਹੇ ਸੋਹਣੇ ਹੋਣਗੇ, ਆਲੀਸ਼ਾਨ ਇਹਨਾਂ ਦੇ। ਮਹਾਰਾਜ ਜੀ, ਸਰਬ ਪ੍ਰਕਾਰ ਦੇ ਸੁੱਖ ਇਹਨਾਂ ਦੇ ਕੋਲ ਹਨ। ਜੇ ਨਿਸ ਬਾਸੁਰ ਕਰਤ ਬਿਲਾਸੂ। ਇਹ ਰਾਤ ਦਿਨ ਬੜੇ ਖੇੜੇ ਵਿੱਚ ਆਨੰਦ ਵਿੱਚ ਰਹਿੰਦੇ ਨਜ਼ਰ ਆਉਂਦੇ ਹਨ। ਸ਼੍ਰੀ ਨਾਨਕ ਕਹਿ ਸੁਨ ਮਰਦਾਨੇ। ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਭਾਈ ਮਰਦਾਨਾ ਜੀ ਸੁਣੋ, ਇਹਾ ਨ ਕੋ ਝੂਠ ਬਖਾਨੇ। ਮਹਾਰਾਜ ਜੀ ਕਹਿੰਦੇ, ਮਰਦਾਨਿਆ, ਇਸ ਨਗਰ ਦੀ ਖਾਸੀਅਤ ਹੈ ਕਿ ਇਸ ਨਗਰ 'ਚ ਕੋਈ ਝੂਠ ਨਹੀਂ ਬੋਲਦਾ। ਇਸ ਨਗਰ 'ਚ ਰਹਿਣ ਵਾਲੇ ਜਿਹੜੇ ਲੋਕ ਨੇ, ਉਹਨਾਂ ਵਿੱਚੋਂ ਕੋਈ ਵੀ ਝੂਠ ਨਹੀਂ ਬੋਲਦਾ। ਧਰਮ ਕਲਾ ਇਹ ਥਾਨ ਵਿਸਾਲਾ। ਇੱਥੇ ਧਰਮ ਦੀ ਕਲਾ ਸਥਾਪਿਤ ਹੈ, ਕਿਉਂਕਿ ਧਰਮ ਦਾ ਬੀਜ ਨਾਸ ਨਹੀਂ ਹੋਇਆ। ਧਰਮ ਹੈ ਕਿਤੇ ਕਿਤੇ ਟਾਵਾਂ ਟਾਵਾਂ। ਇਸ ਨਗਰ ਦੇ ਵਿੱਚ ਧਰਮ ਦੀ ਕਲਾ ਹੈ, ਧਰਮ ਦੀ ਕਲਾ ਸਥਾਪਿਤ ਹੈ। ਸਰਬ ਦੇਸ਼ ਤੇ ਪਾਪ ਨਿਕਾਲਾ। ਇਹ ਜਿਹੜਾ ਸਾਰਾ ਸ਼ਹਿਰ ਹੈ, ਨਗਰ ਹੈ, ਇਹਦੇ ਵਿੱਚੋਂ ਇਹਨਾਂ ਨੇ ਪਾਪ ਕੱਢ ਹੀ ਦਿੱਤੇ ਨੇ। ਕੋਈ ਵਿਅਕਤੀ ਪਾਪਾਂ 'ਚ ਪ੍ਰਵਿਰਤ ਨਹੀਂ ਹੁੰਦਾ।
ਪਾਪ ਕਰਮ ਦੀ ਰਾਤੀ ਇਸ ਨਗਰ ਚੋਂ ਚਲੀ ਗਈ ਹੈ। ਸਤ ਸੰਤੋਖ ਰਖੇ ਔਰ ਧਾਰੀ। ਇੱਥੋਂ ਦੇ ਲੋਕ ਸਤ ਤੇ ਸੰਤੋਖ, ਸਤ ਤੇ ਸੰਤੋਖ, ਇਹਨਾਂ ਦੋਨਾਂ ਬਿਰਤੀਆਂ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਦੇ ਹਨ। ਕਰਤ ਨਹੀਂ ਮੈਥਨ ਨਰ ਨਾਰੀ। ਔਰ ਇਹ ਵਿਕਾਰੀ ਨਹੀਂ ਹਨ, ਯਾਨੀ ਕਿ ਨੇਕ ਨੀਅਤ ਇਨਸਾਨ ਨੇ, ਬੇਵਿਚਾਰੀ ਲੋਕ ਨਹੀਂ ਹਨ। ਦ੍ਰਿਸ਼ਟ ਭੋਗ ਕੀ ਏਠਾਂ ਰੀਤੀ। ਔਰ ਇੱਥੇ ਕੇਵਲ ਸਰੀਰ ਦੇ ਜਿਹੜੇ ਸੰਬੰਧ ਬਣਦੇ ਨੇ ਉਹ ਸੰਤਾਨ ਦੀ ਉਤਪਤੀ ਵਾਸਤੇ ਬਣਦੇ ਹਨ, ਕਿ ਇੱਥੇ ਵਿਕਾਰੀ ਲੋਕ, ਵਿਭਚਾਰੀ ਲੋਕ ਨਹੀਂ, ਭਜਨੀਕ ਲੋਕ ਨੇ। ਸਤ ਸੰਤੋਖ ਦੀ ਬਿਰਤੀ ਨੂੰ ਧਾਰਨ ਕਰਨ ਵਾਲੇ ਲੋਕ ਵਸਦੇ ਹਨ। ਪੁੰਨ ਵਿਖੇ ਸਭ ਹਿਨ ਕੀ ਪ੍ਰੀਤੀ। ਇਹਨਾਂ ਸਾਰਿਆਂ ਦੀ ਪੁੰਨ ਕਰਮਾਂ ਦੇ ਵਿੱਚ ਪ੍ਰੀਤ ਹੈ, ਇਹ ਪੁੰਨਿਆ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਕੇ ਰਹਿੰਦੇ ਹਨ। ਮਰਦਾਨੇ ਤਬ ਵਾਕੇ ਅਲਾਇਓ। ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ, ਅਚਰਜ ਹੀ ਬਿਰਤੰਤ ਸੁਨਾਇਓ। ਮਹਾਰਾਜ ਜੀ ਤੁਸੀਂ ਇਸ ਨਗਰ ਦਾ ਅਚਰਜੀ ਬਿਰਤਾਂਤ ਸੁਣਾਇਆ ਹੈ ਕਿ ਕਲੀ ਕਾਲ ਦੇ ਇਸ ਸਮੇਂ ਵਿੱਚ ਇਹੋ ਜਿਹੇ ਨਗਰ ਵੀ ਹਨ ਜਿੱਥੇ ਇਸ ਧਰਤੀ ਤੇ ਮਾਨੋ ਪ੍ਰਤੱਖ ਬੈਕੁੰਠੀ ਵਸ ਰਿਹਾ ਹੈ, ਜਿੱਥੇ ਨਾ ਵਿਕਾਰੀ ਲੋਕ ਵਸਦੇ ਨੇ, ਜਿੱਥੇ ਸਤੀ ਸੰਤੋਖੀ ਬਿਰਤੀ ਦੇ ਲੋਕ ਨੇ, ਜਿੱਥੇ ਲੋਕ ਹਮੇਸ਼ਾ ਸੱਚ ਬੋਲਦੇ ਨੇ, ਝੂਠ ਨਹੀਂ ਬੋਲਦੇ। ਮਹਾਰਾਜ ਜੀ ਤਾਂ ਆਪ ਜੀ ਨੇ ਅਚਰਜੀ ਬਿਰਤਾਂਤ ਦੱਸਿਆ ਹੈ। ਸਭ ਹੀ ਰੀਤ ਨਵੀਨ ਬਤਾਈ। ਮਹਾਰਾਜ ਸਾਰੀ ਰੀਤ ਇਥੋਂ ਨਗਰ ਦੀ ਆਪ ਜੀ ਨੇ ਨਵੀਂ ਦੱਸੀ ਹੈ, ਨਵੀਨ ਦੱਸੀ ਹੈ। ਦੇਖੀ ਸੁਨੀ ਨਾ ਮੈਂ ਕਹਿ ਥਾਈ। ਮਹਾਰਾਜ ਜੀ ਮੈਂ ਕਦੇ ਇਹੋ ਜਿਹੇ ਨਗਰ ਬਾਰੇ ਨਾ ਕਿਤੇ ਵੇਖਿਆ ਸੀ, ਨਾ ਹੀ ਸੁਣਿਆ ਸੀ, ਤੇ ਇਦਾਂ ਦੇ ਨਗਰ ਵੀ ਮੈਂ ਕਦੇ ਨਹੀਂ ਵੇਖੇ ਸੁਣੇ। ਗੁਰੂ ਕਹੇ ਅਚਰਜ ਕਰ ਤਾਰਾ। ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਅਚਰਜ ਨਗਰ ਨਹੀਂ, ਅਚਰਜ ਜੋ ਅਕਾਲ ਪੁਰਖ ਪਰਮੇਸ਼ਰ ਹੈ, ਪਰਮਾਤਮਾ ਅਚਰਜ ਹੈ, ਕਰਤਾਰ ਅਚਰਜ ਹੈ, ਜਿਸ ਨੇ ਇਸ ਅਚਰਜ ਕੁਦਰਤ ਦੀ ਰਚਨਾ ਕੀਤੀ ਹੈ। ਜੋ ਅਚਰਜ ਮਹਾ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਉਹ ਅਕਾਲ ਪੁਰਖ ਪਰਮੇਸ਼ਰ ਅਚਰਜ ਹੈ, ਬਿਸਮਾਦ ਸਵਰੂਪ ਹੈ, ਇਸੇ ਕਰਕੇ ਉਹਨੂੰ ਕਿਹਾ ਜਾਂਦਾ ਵਾਹੇ। ਉਹ ਅਕਾਲ ਪੁਰਖ ਅਚਰਜ ਹੈ। ਮਰਦਾਨਿਆ ਜਿਸ ਨੇ ਇਸ ਅਚਰਜ ਕੁਦਰਤ ਦੀ ਰਚਨਾ ਕੀਤੀ ਹੈ ਉਹ ਪਰਮਾਤਮਾ ਅਚਰਜ ਹੈ। ਏਕ ਓੰਕਾਰ ਬੇਅੰਤ ਅਪਾਰਾ। ਉਹ ਏਕ ਓੰਕਾਰ ਅਕਾਲ ਪੁਰਖ ਪਰਮੇਸ਼ਰ ਬੇਅੰਤ ਹੈ, ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਅਚਰਜ ਹੀ ਸਭ ਚਰਿਤ ਤਿਸੂ ਕੇ। ਉਹਦੇ ਜਿਤਨੇ ਚਰਿੱਤਰ ਨੇ ਸਭ ਅਚਰਜ ਹਨ। ਅਕਾਲ ਪੁਰਖ ਦੀ ਜਿਤਨੀ ਵੀ ਖੇਡ ਹੈ ਅਚਰਜ ਹੈ। ਵਾਹਿਗੁਰੂ ਪਰਮੇਸ਼ਰ ਦੀ ਜਿਤਨੀ ਕੁਦਰਤ ਹੈ, ਉਸ ਦੀ ਜਿਤਨੀ ਇਹ ਰਚੀ ਹੋਈ ਰਚਨਾ ਹੈ, ਇਹ ਸਾਰੀ ਅਚਰਜ ਹੈ। ਸਮਝ ਨ ਆਵੇ ਹਿਰਦੇ ਕਿਸੂ ਕੇ। ਉਹਦੀ ਜਿਹੜੀ ਇਹ ਅਚਰਜ ਖੇਡ ਹੈ ਮਰਦਾਨਿਆ, ਉਹ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੀ। ਕਹਿਣਾ ਪੈਂਦਾ, ਹੈ ਪ੍ਰਭੂ ਤੂੰ ਅਚਰਜ ਹੈ, ਤੇਰੀ ਕੁਦਰਤ ਵੀ ਵਿਸਮਾਦਮਈ ਹੈ। ਏਦਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਾਨਮੁਖ ਕਹਿਣਾ ਬਣਦਾ ਹੈ। ਦੋਹਰਾ ਪਰਮਾਣੂ ਸਮ ਦੇਖ ਨਰ, ਅਫਰਤ ਹੈ ਔਰ ਮਾਹੇ। ਮਹਾਰਾਜ ਜੀ ਕਹਿੰਦੇ, ਮਰਦਾਨਿਆਂ ਪਰਮਾਣੂ ਵਰਗੇ ਨਿੱਕੇ ਤੋਂ ਨਿੱਕੇ ਜੀਵ ਦੀ ਹਾਲਤ, ਸਾਡੇ ਜਿਹੜੇ ਆ ਮਨੁੱਖਾਂ ਦੇ ਸਰੀਰ ਨੇ, ਇਹ ਨਿੱਕੇ ਤੋਂ ਨਿੱਕੇ ਕਿਣਕੇ ਦੇ ਸਮਾਨ ਹਨ, ਫਿਰ ਵੀ ਇਹ ਨਰ ਆਫਰੇ ਫਿਰਦੇ ਨੇ। ਕਹਿੰਦੇ ਸਾਡੇ ਵਰਗਾ ਕੌਣ ਹੋਵੇਗਾ, ਸਾਡੇ ਵਰਗਾ ਬਲੀ ਕੌਣ ਹੋਵੇਗਾ, ਸਾਡੇ ਵਰਗਾ ਤਾਕਤਵਰ ਕੌਣ ਹੋਵੇਗਾ। ਇਹ ਆਫਰੇ ਫਿਰਦੇ ਹੰਕਾਰ ਦੀ ਹੈਂਕੜ ਦੀ ਅੱਗ ਦੇ ਵਿੱਚ। ਓਛੀ ਕਲਾ ਦਿਖਾਵਈ, ਜਰੀ ਜਾਤ ਘਟ ਨਾਏ। ਆ ਜਿਹੜੇ ਹੋਛੇ ਲੋਕ ਨੇ, ਜੇ ਕਿਤੇ ਥੋੜੀ ਬਹੁਤ ਇਹਨਾਂ ਕੋਲ ਕਲਾ ਆ ਜਾਵੇ ਤੇ ਉਹ ਕਲਾ ਵਿਖਾਉਂਦੇ ਆ ਲੋਕਾਂ ਨੂੰ। ਇਹਨਾਂ ਕੋਲੋਂ ਜਰੀ ਨਹੀਂ ਜਾਂਦੀ ਆਪਣੇ ਘਟ ਵਿੱਚ, ਹਰ ਦੇ ਵਿੱਚ ਥੋੜੀ ਬਹੁਤ ਕਲਾ ਵੀ ਸੰਸਾਰ ਨੂੰ ਵਿਖਾਉਂਦੇ ਐ। ਹੰਕਾਰ ਦੇ ਨਾਲ ਭਰੇ ਹੋਏ ਨਿੱਕੇ ਜੇ ਕਿਣਕੇ ਦੇ ਸਮਾਨ ਇਹਨਾਂ ਜੀਵਾਂ ਦੀ ਹਸਤੀ ਹੈ, ਔਰ ਇਹ ਹੰਕਾਰ ਨਾਲ ਆਫਰੇ ਫਿਰਦੇ ਹਨ। ਚੋਪਈ ਕਲੀ ਕਾਲ ਮੈਂ ਈ ਸਮਰਾਜਾ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਇਸ ਨਗਰ ਦੇ ਧਰਮੀ ਹੋਣ ਦੀ ਸਭ ਤੋਂ ਵੱਡੀ ਖੇਡ ਕਿਉਂ ਹੈ ਉਹ ਸੁਣ।
ਇਹ ਸਾਰਾ ਨਗਰ ਧਰਮੀ ਕਿਵੇਂ ਹੈ, ਇਹ ਸਾਰਾ ਸ਼ਹਿਰ ਧਰਮੀ ਕਿਵੇਂ ਹੈ, ਉਹਦੇ ਬਾਰੇ ਸੁਣ। ਇਸ ਨਗਰ ਦਾ ਜਿਹੜਾ ਰਾਜਾ ਹੈ, ਕਲੀ ਕਾਲ ਦੇ ਵਿੱਚ ਇਹੋ ਜਿਹਾ ਰਾਜਾ ਕੋਈ ਦੂਜਾ ਨਹੀਂ। ਕਲੀ ਕਾਲ ਮੈਂ ਇਹ ਸਮਰਾਜਾ, ਕਲਯੁਗ ਦੇ ਵਿੱਚ ਇਹਦੇ ਸਮਾਨ ਕੋਈ ਰਾਜਾ ਨਹੀਂ। ਦੂਸਰ ਔਰ ਨ ਕੋ ਸਾਜਾ, ਦੂਸਰਾ ਕੋਈ ਰਾਜਾ ਇਹਦੇ ਸਮਾਨ ਨਹੀਂ ਇਸ ਕਲੀ ਕਾਲ ਵਿੱਚ, ਜੈਸਾ ਇਹ ਰਾਜਾ ਹੈ। ਊਪ ਸਪਤ ਦਾਸ ਮਾਨਿਆ ਨਾ, ਇਹ ਇਤਨਾ ਧਰਮੀ ਰਾਜਾ ਹੈ, ਇਹਦੇ ਆਲੇ ਦੁਆਲੇ ਦੇ 17 ਰਾਜੇ ਦੀ ਆਨ ਮੰਨਦੇ ਹਨ। ਇਹਦੀ ਦਹਿਸ਼ਤ ਕਰਕੇ ਨਹੀਂ, ਇਹਦੇ ਚੰਗੇ ਕਿਰਦਾਰ, ਇਖਲਾਕ ਤੇ ਇਹਦੀ ਨੇਕ ਨੀਅਤ ਕਰਕੇ ਦੇਸ਼ ਦੇ ਆਲੇ ਦੁਆਲੇ 17 ਰਾਜੇ ਇਹਦੀ ਆਨ ਮੰਨਦੇ ਨੇ। ਮਹਾਰਾਜ ਜੀ ਕਹਿੰਦੇ ਇਹ ਨਹੀਂ ਕਿ ਡਰਾ ਕੇ ਕਿਸੇ ਨੂੰ ਮਨਾਉਂਦਾ, ਉਹ ਆਪ ਇਹਦੀ ਆਨ ਕਬੂਲਦੇ ਨੇ। ਏਡਾ ਇਹ ਧਰਮੀ ਰਾਜਾ ਹੈ। ਧਰਮਵੰਤ ਗੁਣਵਾਨ ਮਹਾਨਾ, ਇਹ ਧਰਮਵੰਤ ਹੈ, ਇਹ ਗੁਣਵਾਨ ਰਾਜਾ ਹੈ। ਸੁਨ ਕਰ ਕੈਨ ਲਗਾ ਮਰਦਾਨਾ, ਇਸ ਨਗਰ ਦੇ ਧਰਮੀ ਹੋਣ ਦਾ ਕਾਰਨ ਹੈ ਕਿ ਕਿਉਂਕਿ ਰਾਜਾ ਧਰਮੀ ਹੈ। ਜੇ ਰਾਜਾ ਸਹੀ ਹੋਵੇ ਤਾਂ ਪਰਜਾ ਵਿੱਚ ਸੁੱਤੇ ਸਿੱਧ ਉਦਾਂ ਦੀ ਖੇਡ ਵਰਤ ਜਾਂਦੀ ਹੈ। ਜੇ ਰਾਜਾ ਦੁਰਾਚਾਰੀ ਹੋਵੇ ਤੇ ਪਰਜਾ ਵਿੱਚ ਵੀ ਉਸੇ ਤਰ੍ਹਾਂ ਦਾ ਵਰਤਾਰਾ ਵਰਤ ਜਾਂਦਾ ਹੈ। ਇਹ ਧਰਮੀ ਰਾਜਾ ਹੈ, ਇਸ ਕਰਕੇ ਇਸ ਦੇ ਦੇਸ਼ ਵਿੱਚ ਵੀ ਧਰਮ ਸਥਾਪਿਤ ਹੈ। ਇਹ ਬਚਨ ਜਦੋਂ ਸਤਿਗੁਰੂ ਜੀ ਨੇ ਕਹੇ, ਭਾਈ ਮਰਦਾਨਾ ਜੀ ਸੁਣੇ ਤੇ ਸੁਣ ਕੇ ਕਹਿਣ ਲੱਗੇ, ਈਠਾਂ ਰਹੋ ਕਰੋ ਗੁਜਰਾਨਾ। ਮਹਾਰਾਜ ਮੇਰੀ ਬੇਨਤੀ ਤਾਂ ਇਹ ਹੈ ਵੀ ਇੱਥੇ ਪੁੰਨ ਵੀ ਤੇ ਫਲੀਆਂ ਦੋਵੇਂ ਹੀ ਕੰਮ ਨੇ, ਪੁੰਨ ਵੀ ਨੇ ਤੇ ਫਲੀਆਂ ਵੀ ਨੇ। ਮਹਾਰਾਜ ਇੱਕ ਤਾਂ ਦੇਸ਼ ਰਾਜੇ ਦਾ ਧਰਮੀ ਹੈ, ਲੋਕ ਬੜੇ ਵਧੀਆ ਨੇ, ਸੱਚ ਸੁੱਚ ਦੇ ਧਾਰਨੀ, ਭਜਨ ਬੰਦਗੀ ਕਰਨ ਵਾਲੇ ਨੇ। ਦੂਜਾ ਮਹਾਰਾਜ ਛਕਣ ਨੂੰ ਪਦਾਰਥ ਫਰੀ ਮਿਲਦੇ ਨੇ। ਤੇ ਮਹਾਰਾਜ ਜੀ ਜੇ ਆਪ ਜੀ ਦੀ ਖੁਸ਼ੀ ਹੋਵੇ ਤੇ ਆਪਾਂ ਇੱਥੇ ਹੀ ਆਪਣਾ ਟਿਕਾਣਾ ਕਰ ਲਈਏ ਪੱਕਾ, ਇੱਥੇ ਹੀ ਆਪਣਾ ਨਿਵਾਸ ਬਣਾ ਲਈਏ। ਥਾਨ ਬਿਲੋਕੋ ਵੱਡ ਰਮਣੀਕਾ, ਮਹਾਰਾਜ ਕੋਈ ਚੰਗਾ ਵਧੀਆ ਰਮਣੀਕ ਥਾਂ ਇਸ ਇਲਾਕੇ 'ਚ ਵੇਖ ਲਵੋ। ਬਨਿਓ ਬਣਾਇਓ ਭੋਜਨ ਨੀਕਾ, ਉੱਥੇ ਚੱਲ ਕੇ ਬਹਿ ਜਾਈਏ, ਬਣਿਆ ਬਣਾਇਆ ਭੋਜਨ ਆ ਜਾਇਆ ਕਰੇਗਾ। ਮਹਾਰਾਜ ਛੱਕ ਕੇ ਰੱਬ ਰੱਬ ਕਰ ਛੱਡਾਂਗੇ। ਮਹਾਰਾਜ ਇਹਦੇ ਤੋਂ ਵਧੀਆ ਨਗਰ ਕਿਤੇ ਮਿਲਣਾ ਆਪਾਂ ਨੂੰ। ਆਪਾਂ ਇੱਥੇ ਟਿਕਾਣਾ ਕਰੀਏ, ਨਾਲੇ ਪੁੰਨ ਨਾਲੇ ਫਲੀਆਂ। ਧਰਮੀ ਦੇਸ਼ ਹੈ, ਧਰਮੀ ਲੋਕ ਨੇ। ਆਪਾਂ ਇੱਥੇ ਆਪਣਾ ਕੋਈ ਵਧੀਆ ਜਿਹਾ ਟਿਕਾਣਾ ਬਣਾ ਲੈਨੇ ਆ, ਬੈਠਿਆਂ ਰੱਬ ਰੱਬ ਕਰਾਂਗੇ, ਸਤਸੰਗ ਹੋਵੇਗਾ, ਨਾਲੇ ਛਕਣ ਵਾਸਤੇ ਭੋਜਨ ਵੀ ਬਣਿਆ ਬਣਾਇਆ ਆ ਜਾਇਆ ਕਰੇਗਾ। ਸ੍ਰੀ ਗੁਰ ਕਹੇ ਨਾ ਹਮ ਕਰ ਮਾਹੀ, ਮਹਾਰਾਜ ਜੀ ਕਹਿੰਦੇ ਮਰਦਾਨਿਆਂ ਕਿਸੇ ਜਗ੍ਹਾ ਤੇ ਰੁਕਣਾ ਜਾਂ ਕਿਸੇ ਜਗ੍ਹਾ ਤੋਂ ਜਾਣਾ ਸਾਡੇ ਹੱਥ ਨਹੀਂ ਹੈ। ਇਹ ਤਾਂ ਕਰਤਾਰ ਦੇ ਵੱਸ ਹੈ ਮਰਦਾਨਿਆਂ। ਉਹ ਕਰਤਾਰ ਸਾਡੀ ਡੋਰ ਪਕੜ ਕੇ ਜਿਸ ਪਾਸੇ ਲਿਜਾਂਦਾ ਉੱਥੇ ਜਾਂਦੇ ਹਾਂ, ਜਿੱਥੇ ਟਿਕਾਉਂਦਾ ਹੈ ਉੱਥੇ ਟਿਕਦੇ ਹਾਂ। ਮਰਦਾਨਿਆਂ ਇਹ ਸਾਡੇ ਹੱਥ ਵਿੱਚ ਨਹੀਂ। ਜੈ ਕਰਤਾਰ ਲਿਜਾਵੇਂ ਜਾਹੀ, ਜਿੱਥੇ ਕਰਤਾਰ ਲਿਜਾਵੇਗਾ ਉੱਥੇ ਜਾਵਾਂਗੇ। ਅਸ ਕੈ ਤੂਸ਼ਨ ਪੀ ਜਗ ਸਾਈ, ਏਦਾਂ ਕਹਿ ਕੇ ਜਗਤ ਦੇ ਸਾਈਂ ਸਤਿਗੁਰੂ ਜੀ ਚੁੱਪ ਕਰ ਗਏ। ਜਿਨ ਕੇ ਦਰਸ਼ਨ ਕਲੁਖ ਨਸਾਈ, ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਨਸ ਜਾਂਦੇ ਨੇ, ਜਿਨ੍ਹਾਂ ਦੇ ਦੀਦਾਰ ਕੀਤਿਆਂ ਪਾਪ ਨਸ ਜਾਂਦੇ ਹਨ। ਸਪਤ ਦਿਵਸ ਬੈਸੀ ਤੈਂ ਬੀਤੇ, 7 ਦਿਨ ਬੀਤ ਗਏ ਮਹਾਰਾਜ ਜੀ ਨੂੰ ਉੱਥੇ ਹੀ ਬੈਠਿਆਂ, ਗੁਰਦੇਵ ਨਗਰ 'ਚ ਨਹੀਂ ਗਏ। 7 ਦਿਨ 7 ਰਾਤਾਂ ਲਗਾਤਾਰ ਨਿਰੰਤਰ ਮਹਾਰਾਜ ਜੀ ਨੂੰ ਇੱਥੇ ਬੈਠਿਆਂ ਬੀਤ ਗਈਆਂ। ਨਾਮ ਲਏ ਜੈ ਜਮ ਪੈ ਪੀਤੇ, ਇਹਨਾਂ ਦਾ ਨਾਂ ਲਿਆ ਵੀ ਜਮ ਡਰ ਜਾਂਦੇ ਨੇ। ਜਦੋਂ ਕਹੀਏ ਧੰਨ ਗੁਰੂ ਨਾਨਕ ਦੇਵ ਸਾਹਿਬ, ਕੀ ਮਜਾਲ ਹੈ ਜਮ ਨੇੜੇ ਵੀ ਫਰਕ ਜਾਣ। ਇਹਨਾਂ ਦਾ ਨਾਂ ਲਿਆ ਵੀ ਜਮ ਡਰ ਜਾਂਦੇ ਨੇ, ਭੈ ਭੀਤ ਹੋ ਜਾਂਦੇ ਨੇ। 7 ਦਿਨ ਹੋ ਗਏ ਨੇ ਮਹਾਰਾਜ ਜੀ ਨੂੰ ਇੱਥੇ ਆਸਣ ਲਾਇਆ। ਦੋਨੋਂ ਕਾਲ ਜਾਈ ਮਰਦਾਨਾ, ਭਾਈ ਮਰਦਾਨਾ ਜੀ ਦੋਵੇਂ ਵੇਲੇ ਸਵੇਰੇ ਵੀ ਤੇ ਸ਼ਾਮ ਨੂੰ ਵੀ ਆਗਿਆ ਲੈ ਕੇ, ਮਹਾਰਾਜ ਤੁਸੀਂ ਲਓ ਆਨੰਦ ਇੱਥੇ ਤੇ ਮੈਂ ਨਗਰ 'ਚ ਜਾ ਕੇ ਉੱਥੇ ਆਨੰਦ ਲੈ ਆਉਣਾ। ਮਹਾਰਾਜ ਜੀ ਕੋਲੋਂ ਸਵੇਰੇ ਸ਼ਾਮ ਦੋਵੇਂ ਵੇਲੇ ਭਾਈ ਮਰਦਾਨਾ ਜੀ ਜਾਂਦੇ ਨਗਰ ਵਿੱਚ। ਔਰ ਮੈਂ ਜਾਚੇ ਭੋਜਨ ਖਾਨਾ, ਜਾ ਕੇ ਵਧੀਆ ਵਧੀਆ ਦੁਕਾਨਾਂ ਤੇ। ਹੁਣ ਤਾਂ ਭੇਤ ਹੋ ਗਿਆ ਭਾਈ ਮਰਦਾਨੇ ਨੂੰ,
ਜਿੱਥੇ ਚਿੱਤ ਕਰਦਾ ਉੱਥੋਂ ਵਧੀਆ ਵਧੀਆ ਪਦਾਰਥ ਲੈ ਕੇ ਛਕਦੇ ਹਨ। ਜੈ ਦੁਕਾਨ ਕੇ ਜਾਏ ਅਗਾਰੇ, ਜਿਹੜੀ ਦੁਕਾਨ ਦੇ ਅੱਗੇ ਵੀ ਭਾਈ ਮਰਦਾਨਾ ਜੀ ਜਾਂਦੇ ਹਨ। ਜਾਚੇ ਤੇ ਸੋ ਅਸਨ ਖੁਆਰੇ, ਜਦੋਂ ਮੰਗਦੇ ਭਾਈ ਭੋਜਨ ਛਕਣਾ ਹੈ ਤੇ ਉਹ ਕਹਿੰਦੇ ਆਓ ਮਹਾਰਾਜ ਛਕੋ, ਬੜੇ ਪਿਆਰ ਨਾਲ ਅਦਬ ਨਾਲ ਬਿਠਾ ਕੇ ਛਕਾਉਂਦੇ। ਪੂਪ ਪੂਰਿਕਾ ਆਦ ਆਹਾਰਾ, ਕਦੇ ਪੂੜੀਆਂ ਮਿਲਦੀਆਂ ਨੇ ਛਕਣ ਨੂੰ, ਕਦੇ ਪੂੜੇ ਮਿਲਦੇ ਹਨ। ਖਾਏ ਖਾਏ ਹੋਏ ਹਰਖੇ ਅਪਾਰਾ, ਛਕ ਛਕ ਕੇ ਭਾਈ ਮਰਦਾਨਾ ਜੀ ਬੜੇ ਖੁਸ਼ ਹੁੰਦੇ, ਬੜੇ ਆਨੰਦਿਤ ਹੁੰਦੇ। ਧਰਮ ਸਿੰਘ ਮਿਲਿਓ ਇੱਕ ਦਿਨ ਤਬ, ਕਹਿੰਦੇ ਇੰਨੇ ਨੂੰ ਇੱਕ ਦਿਨ ਭਾਈ ਧਰਮ ਸਿੰਘ ਜੀ ਮਿਲ ਗਏ। ਬੂਜਤ ਪਾ ਸੰਗੀ ਜੋ ਤਵ ਬਿਦ, ਉਹ 7 ਦਿਨਾਂ ਬਾਅਦ ਮਿਲੇ। ਉਹਨਾਂ ਨੇ ਵੇਖਿਆ ਵੀ ਇਹ ਤਾਂ ਉਹੀ ਸੱਜਣ ਆ ਜਿਹੜਾ ਪਹਿਲੇ ਦਿਨ ਮਿਲਿਆ ਸੀ ਮੈਨੂੰ। ਉਹ ਪੁੱਛਣ ਲੱਗਾ ਵੀ ਭਾਈ ਤੂੰ ਨਗਰ ਵਿੱਚ ਦਿਸਦਾ ਹੈ, ਤੇਰੇ ਜਿਹੜੇ ਨਾਲ ਦੇ ਸੰਗੀ ਨੇ ਉਹ ਨਹੀਂ ਵੇਖੇ, ਤੂੰ ਕਹਿੰਦਾ 2 ਜਣੇ ਹੋਰ ਨੇ ਮੇਰੇ ਨਾਲ। ਵੇਖੋ ਮਹਾਰਾਜ ਜੀ ਦੀ ਜਦੋਂ ਖੇਡ ਵਰਤਣੀ ਕਿਵੇਂ ਵਰਤਾਉਂਦੇ ਆ ਸਤਿਗੁਰੂ। ਧਰਮ ਸਿੰਘ ਜੀ ਪੁੱਛਦੇ, ਕਹਿੰਦੇ ਤੁਸੀਂ ਆਉਂਦੇ ਹੋ ਰੋਜ਼, ਮੈਂ ਵੇਖਦਾ ਨਗਰ ਵਿੱਚ ਫਿਰਦਿਆਂ, ਤੇ ਜਿਹੜੇ ਤੁਹਾਡੇ ਨਾਲ ਤੁਹਾਡੇ 2 ਸਾਥੀਆਂ ਬਾਰੇ ਤੁਸੀਂ ਦੱਸਿਆ ਸੀ, ਨਗਰ ਵਿਖੇ ਦੇਖੇ ਕਬ ਨਾਈ, ਉਹ ਨਹੀਂ ਕਦੇ ਨਗਰ ਵਿੱਚ ਤੁਹਾਡੇ ਨਾਲ ਆਏ, ਉਹਨਾਂ ਨੂੰ ਕਦੇ ਨਹੀਂ ਨਗਰ ਵਿੱਚ ਵੇਖਿਆ। ਕਹਤੇ ਲੈ ਭੋਜਨ ਸੋ ਖਾਈ, ਉਹ ਬਾਹਰ ਬੈਠੇ ਰਹੇ ਨੇ, ਤੂੰ ਕਹਿਣਾ ਕਿ ਉਹ ਬਾਹਰ ਰਹਿੰਦੇ ਨੇ, ਉਹ ਭੋਜਨ ਕਿੱਥੋਂ ਲੈ ਕੇ ਛਕਦੇ ਆ? ਤੂੰ ਤਾਂ ਛਕ ਜਾਣਾ, ਨਾਲ ਵੀ ਨਹੀਂ ਲੈ ਕੇ ਜਾਂਦਾ, ਤੇ ਉਹ ਕਿੱਥੇ ਛਕਦੇ ਨੇ, ਕਿੱਥੋਂ ਲੈ ਕੇ ਛਕਦੇ ਨੇ? ਹੈ ਸੰਤੋਖੀ ਸੋ ਨੇ ਆਵੇਂ, ਭਾਈ ਮਰਦਾਨਾ ਜੀ ਕਹਿੰਦੇ ਜੀ 7 ਦਿਨ ਬੀਤੇ ਨੇ, ਭਾਵੇਂ 7 ਮਹੀਨੇ ਬੀਤ ਜਾਣ, ਉਹ ਸੰਤੋਖੀ ਨੇ, ਉਹ ਨਹੀਂ ਆਉਂਦੇ ਇੱਥੇ। ਉਹ ਨਹੀਂ ਆ ਕੇ ਏਦਾਂ ਕਿਸੇ ਕੋਲੋਂ ਮੰਗ ਕੇ ਭੋਜਨ ਛਕਦੇ। ਭਾਉ ਸੰਗ ਲੈ ਜਾਏ ਤਾਂ ਖਾਵੇਂ, ਹਾਂ ਜੇ ਕੋਈ ਪ੍ਰੇਮ ਨਾਲ ਉਹਨਾਂ ਦੇ ਕੋਲ ਲੈ ਜਾਵੇ ਤੇ ਉਹ ਛਕ ਲੈਂਦੇ ਆ, ਪਰ ਕਿਤੇ ਆ ਕੇ ਮੰਗ ਕੇ ਨਹੀਂ ਛਕਦੇ। ਦਾਤੇ ਨੇ ਉਹ ਸੰਤੋਖੀ ਨੇ, ਆਪ ਨਹੀਂ ਆਉਣਗੇ ਇੱਥੇ ਮੰਗ ਕੇ ਛਕਣ ਵਾਸਤੇ ਲੈਣ ਲਈ। ਉਹਨਾਂ ਦੇ ਕੋਲ ਜੇ ਕੋਈ ਭਾਵਨਾ ਨਾਲ ਪ੍ਰੇਮ ਨਾਲ ਲੈ ਜਾਵੇ ਤਾਂ ਛਕ ਲੈਂਦੇ ਹਨ। ਯੋ ਨੇ ਖਾਈ ਰਹਿ ਪੌਣੇ ਆਹਾਰੀ, ਕਿਉਂ ਨਹੀਂ ਛਕਦੇ? ਏਦਾਂ ਤਾਂ ਫਿਰ ਉਹ ਪੌਣਹਾਰੀ ਰਹਿੰਦੇ ਹਨ। ਬੈਠ ਰਹੇ ਸੋ ਬਾਗ ਮਝਾਰੀ, ਬਾਹਰ ਇੱਕ ਬਾਗ ਹੈ, ਉਸ ਬਾਗ ਦੇ ਵਿੱਚ ਉਹ ਬੈਠੇ ਰੱਬ ਰੱਬ ਕਰਦੇ ਹਨ। ਸੁਣ ਕਰ ਧਰਮ ਸਿੰਘ ਚਿਤ ਠਾਨੇ, ਸੁਣ ਕੇ ਧਰਮ ਸਿੰਘ ਨੇ ਹਿਰਦੇ 'ਚ ਵਿਚਾਰ ਕੀਤੀ, ਦੇਖੇ ਚਈਏ ਸੰਤ ਮਹਾਨੇ। ਬੜਾ ਹੈਰਾਨ ਹੋਇਆ ਵੀ ਇਹੋ ਜਿਹੇ ਮਹਾਂਪੁਰਸ਼ 7 ਦਿਨ ਹੋ ਗਏ ਨੇ ਭੁੱਖਿਆਂ ਹੀ ਬੈਠੇ ਆ। ਉਹ ਸੋਚਦਾ ਆਪਣੇ ਮਨ ਵਿੱਚ ਵੀ ਇਹੋ ਜਿਹੇ ਮਹਾਂਪੁਰਸ਼ਾਂ ਦੇ, ਇਹੋ ਜਿਹੇ ਸੰਤਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। 5 ਸੇਰ ਬਰ ਭੋਜਨ ਲੀਨੋ, ਉਸੇ ਵੇਲੇ ਧਰਮ ਸਿੰਘ ਨੇ 5 ਸੇਰ ਮਠਿਆਈ ਭੋਜਨ ਪਕਵਾਨ ਉਹ ਲੈ ਲਏ ਆਪਣੇ ਨਾਲ। ਗੁਰ ਮਿਲਨੇ ਤੇ ਆਵਨ ਕੀਨੋ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਕੋਲ ਆਏ। ਜੈ ਬੈਸੇ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਜੀ ਬੈਠੇ ਹਨ। ਚੱਲ ਕਰ ਪਹੁੰਚਿਓ ਜਬੇ ਸਮੀਪਾ, ਜਦੋਂ ਇਹ ਚੱਲ ਕੇ ਸਤਿਗੁਰਾਂ ਦੇ ਸਮੀਪ ਆਏ, ਕੋਲ ਆਏ, ਦੂਸਰ ਸੰਗ ਹੁਤੋ ਮਰਦਾਨਾ, ਦੂਜਾ ਭਾਈ ਮਰਦਾਨਾ ਨਾਲ ਹੈ। ਬੰਦੇ ਪਦ ਹੋਏ ਦੀਨ ਮਾਨਾ, ਧਰਮ ਸਿੰਘ ਨੇ ਬੜੇ ਵਿਨਿਮਰ ਭਾਵ ਨਾਲ ਦੀਨ ਹੋ ਕੇ ਸਤਿਗੁਰਾਂ ਨੂੰ ਬੰਦਨਾ ਕੀਤੀ। ਰਾਖਿਓ ਭੋਜਨ ਗੁਰੂ ਅਗਾਰੀ, ਔਰ ਜਿਹੜਾ ਭੋਜਨ ਲਿਆਏ ਸਨ ਉਹ ਭੋਜਨ ਭਾਈ ਧਰਮ ਸਿੰਘ ਜੀ ਨੇ ਸਤਿਗੁਰਾਂ ਦੇ ਸਨਮੁਖ ਰੱਖਿਆ। ਅਚੋ ਸੰਤ ਲਿਓ ਭੇਟੇ ਹਮਾਰੀ, ਮਹਾਰਾਜ ਜੀ ਇਹ ਭੇਟਾ ਹੈ ਆਪ ਜੀ ਵੱਲ ਮੇਰੇ ਵੱਲੋਂ, ਆਪ ਜੀ ਕਿਰਪਾ ਕਰਕੇ ਭੋਜਨ ਅੰਗੀਕਾਰ ਕਰੋ, ਛਕੋ। ਰਾਵਰ ਕੀ ਮਹਿਮਾ ਸੁਨਿਆਵਾ, ਮਹਾਰਾਜ ਜੀ ਤੁਹਾਡੀ ਮਹਿਮਾ ਸੁਣ ਕੇ, ਤੁਹਾਡੀ ਵਡਿਆਈ ਸੁਣ ਕੇ ਮੈਂ ਆਇਆ ਹਾਂ। ਮਹਾ ਮੋਹ ਬਨ ਕੋ ਤੁਮ ਦਾਵਾ, ਮਹਾ ਮੋਹ ਰੂਪੀ ਜੰਗਲ ਨੂੰ ਸਾੜਨ ਵਾਸਤੇ ਮਹਾਰਾਜ ਜੀ ਤੁਸੀਂ ਦਾਵਾ ਅਗਨੀ ਦੇ ਸਮਾਨ ਹੋ। ਦੋਹਰਾ ਧਰਮ ਸਿੰਘ ਕੋ ਦੇਖ ਕਰ, ਭੋਲੇ ਕਰੁਣਾ ਪਾਉਨ। ਭਾਈ ਧਰਮ ਸਿੰਘ ਨੂੰ ਵੇਖ ਕੇ ਕਿਰਪਾ ਦੇ ਘਰ ਵਿੱਚ ਆਏ ਸੁਆਮੀ ਜਗਤ ਗੁਰੂ ਪਾਤਸ਼ਾਹ ਜੀ ਬੋਲੇ, ਕਹਿਨੇ ਪਠਾ ਆਹਾਰ ਏ
ਕਹੋ ਅਹੋ ਤੁਮ ਕੌਣ। ਮਹਾਰਾਜ ਜੀ ਕਹਿੰਦੇ ਧਰਮ ਸਿੰਘ ਜੀ ਇਹ ਭੋਜਨ ਕਿਸ ਨੇ ਭੇਜਿਆ? ਪਾਤਸ਼ਾਹ ਪੁੱਛੇ ਵੀ ਇਹ ਭੋਜਨ ਕਿਸ ਨੇ ਭੇਜਿਆ, ਤੁਸੀਂ ਕੌਣ ਹੋ? ਜੋ ਪਈ ਕੌਣ ਪ੍ਰਯੋਜਨ ਕੇ ਤੇ ਆਵਾ। ਕੀ ਪ੍ਰਯੋਜਨ ਹੈ ਤੁਹਾਡਾ ਇੱਥੇ ਸਾਡੇ ਕੋਲ ਭੋਜਨ ਲਿਆਉਣ ਦਾ? ਤੁਹਾਡਾ ਨਿਜ ਪ੍ਰਯੋਜਨ ਕੀ ਹੈ? ਕੀ ਮਨੋਰਥ ਰੱਖ ਕੇ ਤੁਸੀਂ ਇਹ ਭੋਜਨ ਲਿਆਏ ਹੋ? ਕਰੋ ਸਰਬ ਬਿਰਤਾਂਤ ਸੁਨਾਵਾ। ਸਾਨੂੰ ਆਪਣਾ ਸਾਰਾ ਬਿਰਤਾਂਤ ਦੱਸੋ। ਹੱਥ ਬੰਦ ਤਿਨ ਬਚਨ ਬਖਾਨਾ। ਹੱਥ ਬੰਨ ਕੇ ਜੋੜ ਕੇ ਇਹ ਬੋਲੇ ਕਹਿਣ ਲੱਗੇ, ਸੁਨੋ ਸੰਤ ਜੀ ਤੁਮ ਗਤ ਦਾਨਾ। ਇਹ ਮੁਕਤੀ ਦਾਤੇ ਸਤਿਗੁਰੂ ਜੀ ਸੁਣੋ। ਸਪਤ ਦਿਵਸ ਬੀਤੇ ਤੁਮ ਆਏ। ਮਹਾਰਾਜ ਆਪ ਜੀ ਨੂੰ ਇੱਥੇ ਆਇਆ 7 ਦਿਨ ਬੀਤ ਗਏ ਹਨ। ਨਗਰ ਵਿਖੇ ਨਿਜ ਚਰਨ ਨ ਪਾਏ। ਤੁਸੀਂ ਨਗਰ ਵਿੱਚ ਆ ਕੇ ਆਪਣੇ ਚਰਨ ਨਹੀਂ ਪਾਏ, ਨਗਰ ਵਿੱਚ ਆ ਕੇ ਆਪਣੇ ਦਰਸ਼ਨ ਨਹੀਂ ਦਿੱਤੇ। ਲੇਕਿਨੋ ਨੇ ਖਾਨ ਆਹਾਰਾ। ਔਰ ਨਾ ਹੀ ਆਪ ਜੀ ਨੇ ਕਿਤੋਂ ਲੈ ਕੇ ਭੋਜਨ ਛਕਿਆ। ਬੈਸ ਰਹੇ ਉਦਿਆਨ ਮਝਾਰਾ। ਇੱਥੇ ਉਦਿਆਨ ਵਿੱਚ ਜੰਗਲ ਵਿੱਚ ਆਪ ਜੀ ਇਸੇ ਤਰ੍ਹਾਂ ਬੈਠੇ ਰਹੇ ਹੋ। ਸੁਨ ਰਾਵਰ ਕੀ ਸੁਧ ਇਸ ਰੀਤੀ। ਤੁਹਾਡੀ ਇਹ ਸੁਧ ਸੁਣ ਕੇ ਤੁਹਾਡੇ ਸੇਵਕ ਕੋਲੋਂ ਮੈਂ ਆਨਿਓ ਭੋਜਨ ਯੁਤ ਪ੍ਰੀਤੀ। ਮੈਂ ਪ੍ਰੇਮ ਸਹਿਤ ਤੁਹਾਡੇ ਛਕਣ ਵਾਸਤੇ ਭੋਜਨ ਲੈ ਕੇ ਆਇਆ ਹਾਂ। ਕਵਲ ਨੈਣ ਐ ਨਗਰ ਪੁਆਲਾ। ਮਹਾਰਾਜ ਸਾਡੇ ਨਗਰ ਦਾ ਜਿਹੜਾ ਰਾਜਾ ਹੈ ਉਹਦਾ ਨਾਮ ਹੈ ਰਾਜਾ ਕਵਲ ਨੈਣ। ਧਰਮਵਾਨ ਨਿਰਮਾਨ ਬਿਸਾਲਾ। ਉਹ ਬੜਾ ਧਰਮਵਾਨ ਵੀ ਹੈ ਤੇ ਨਿਰਮਾਣ ਵੀ ਹੈ, ਵਿਨਿਮਰਤਾ ਚ ਰਹਿੰਦਾ, ਹੰਕਾਰੀ ਨਹੀਂ ਹੈ ਔਰ ਧਰਮੀ ਰਾਜਾ ਹੈ। ਨਿਜ ਬਲ ਪਰ ਕੋ ਨਹੀਂ ਜਨਾਵੇ। ਉਹ ਆਪਣਾ ਬਲ ਆਪਣੀ ਤਾਕਤ ਕਿਸੇ ਦੂਸਰੇ ਤੇ ਨਹੀਂ ਜਣਾਉਂਦਾ, ਆਪਣਾ ਬਲ ਕਿਸੇ ਤੇ ਪ੍ਰਗਟ ਨਹੀਂ ਕਰਦਾ। ਕਿਸੂ ਰੀਤ ਸੋ ਕਹਿ ਨਾ ਦੁਖਾਵੇ। ਕਿਸੇ ਵੀ ਰੀਤੀ ਨਾਲ ਕਿਸੇ ਨੂੰ ਨਹੀਂ ਦੁਖਾਉਂਦਾ, ਕਿਸੇ ਨੂੰ ਨਹੀਂ ਡਰਾਉਂਦਾ। ਸਭ ਕੋ ਜਾਣੇ ਆਪ ਸਮਾਨਾ। ਉਹ ਸਭ ਨੂੰ ਆਪਣੇ ਸਮਾਨ ਜਾਣਦਾ ਹੈ। ਇਹ ਨਹੀਂ ਕਿ ਆਪਣੇ ਆਪ ਨੂੰ ਕਿਸੇ ਤੋਂ ਵਿਸ਼ੇਸ਼ ਸਮਝਦਾ ਹੈ, ਉਹ ਸਭ ਨੂੰ ਆਪਣੇ ਵਰਗਾ ਆਪਣੇ ਸਮਾਨ ਹੀ ਜਾਣਦਾ ਵੀ ਇਹ ਸਾਰੇ ਪਰਮੇਸ਼ਰ ਦੇ ਜੀ ਨੇ। ਜਿਹੋ ਜਿਹਾ ਮੈਂ ਰੱਬ ਦਾ ਜੀ ਹਾਂ, ਏਦਾਂ ਇਹ ਵੀ ਪਰਮੇਸ਼ਰ ਦੇ ਜੀ ਹਨ। ਸਹਿਨਸ਼ੀਲ ਜਨ ਕਰੁਣਾ ਖਾਨਾ। ਔਰ ਉਹ ਸਹਿਨਸ਼ੀਲ ਵੀ ਹੈ, ਕਰੁਣਾ ਦੀ ਖਾਨ ਹੈ, ਉਹਦੇ ਹਿਰਦੇ 'ਚ ਬੜੀ ਕਰੁਣਾ ਹੈ। ਦੋਹਰਾ ਭੂਪ ਸਪਤ ਦਸ ਆਪਈ। ਮਾਨੇ ਇਸ ਕੀ ਆਨ। ਮਹਾਰਾਜ ਜੀ ਇਤਨਾ ਧਰਮੀ ਰਾਜਾ ਹੈ ਕਿ 17 ਰਾਜੇ ਇਸ ਇਲਾਕੇ ਦੇ ਨੇੜੇ ਤੇੜੇ ਦੇ ਦੇਸ਼ਾਂ ਦੇ ਉਹਦੀ ਆਨ ਆਪਣੇ ਆਪ ਹੀ ਮੰਨਦੇ ਨੇ। ਇਹ ਕਿਸੇ ਨੂੰ ਡਰਾਉਂਦਾ ਧਮਕਾਉਂਦਾ ਨਹੀਂ। ਉਹ 17 ਰਾਜੇ ਦੇ ਤੋਂ ਇੰਨੇ ਪ੍ਰਭਾਵਿਤ ਨੇ ਕਿ ਉਹ ਆਪ ਹੀ ਇਸ ਦੀ ਆਨ ਮੰਨ ਕੇ ਦੀ ਆਗਿਆ ਵਿੱਚ ਚੱਲਦੇ ਹਨ। ਨੈ ਕਿਸਹੂ ਸੋ ਕਬ ਕਹੇ ਕਰ ਨਿਜ ਜੋਰ ਮਹਾਨ। ਸਾਡਾ ਰਾਜਾ ਕਮਲ ਨੈਣ ਇਤਨਾ ਧਰਮੀ ਹੈ, ਕਦੇ ਕਿਸੇ ਨੂੰ ਕਹਿੰਦਾ ਨਹੀਂ ਜ਼ੋਰ ਲਾ ਕੇ ਕਿ ਤੁਸੀਂ ਮੇਰੇ ਤਾਬਿਆਂ ਚੱਲੋ, ਮੇਰੇ ਅਧੀਨ ਚੱਲੋ। ਕੋਈ ਚੱਲੇ ਨਾ ਚੱਲੇ ਕਦੇ ਨਹੀਂ ਕਹਿੰਦਾ ਕਿਸੇ ਨੂੰ। 17 ਰਾਜੇ ਆਪ ਹੀ ਇਹਦੀ ਆਨ ਮੰਨਦੇ ਨੇ। ਇਹਦਾ ਸਤਿਕਾਰ ਇੰਨਾ ਹੈ, ਇਹਦੀ ਇੱਜ਼ਤ ਇਤਨੀ ਹੈ ਇਸ ਇਲਾਕੇ ਵਿੱਚ। ਚੌਪਈ ਅਚੋ ਸੰਤ ਜੀ ਅਸਨ ਪੁਨੀਤਾ। ਮਹਾਰਾਜ ਜੀ ਇਹ ਬੜਾ ਪਵਿੱਤਰ ਭੋਜਨ ਹੈ, ਇਸ ਨਗਰ ਦਾ ਧਰਮੀ ਲੋਕਾਂ ਦੇ ਹੱਥਾਂ ਦਾ ਬਣਿਆ ਭੋਜਨ ਹੈ। ਆਪ ਜੀ ਇਸ ਨੂੰ ਛਕ ਲਵੋ, ਅੰਗੀਕਾਰ ਕਰ ਲਵੋ। ਸਰਬ ਸੁਨਾਈ ਮੈਂ ਨਿਜ ਰੀਤਾ। ਮੈਂ ਆਪਣੀ ਸਾਰੀ ਰੀਤ ਨਗਰ ਦੀ ਤੁਹਾਨੂੰ ਦੱਸ ਦਿੱਤੀ ਹੈ। ਭਗਤ ਵਚਲ ਬੋਲੇ ਮੁਖ ਬਾਣੀ। ਸੁਣ ਕੇ ਧਰਮ ਸਿੰਘ ਦੀ ਬੇਨਤੀ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਅਨ ਬਨ ਬਿਦ ਹਮ ਨੇ ਪਹਿਚਾਨੀ। ਮਹਾਰਾਜ ਜੀ ਕਹਿੰਦੇ ਧਰਮ ਸਿੰਘ ਸਾਨੂੰ ਇੱਕ ਅਨਬਣੀ ਨਜ਼ਰ ਆਉਂਦੀ ਇਸ ਨਗਰ ਦੇ ਰਾਜੇ ਵਿੱਚ। ਇੱਕ ਅਨਬਣ ਵਿਦ ਉਹ ਸਾਨੂੰ ਦਿਸਦੀ ਹੈ। ਨੈ ਭੋਜਨ ਹਮ ਐਠਾਂ ਖਾਵੇਂ। ਜਿੱਥੇ ਕੋਈ ਕਮੀ ਹੁੰਦੀ ਆ ਉੱਥੋਂ ਦਾ ਭੋਜਨ ਅਸੀਂ ਛਕਦੇ ਨਹੀਂ ਹਾਂ। ਮਹਾਰਾਜ ਜੀ ਕਹਿੰਦੇ ਸਾਨੂੰ ਇੱਥੋਂ ਦੇ ਇੱਕ ਰਾਜੇ ਵਿੱਚ, ਤੁਹਾਡੇ ਰਾਜੇ 'ਚ, ਇਸ ਨਗਰ ਵਿੱਚ ਇੱਕ ਅਨਬਣੀ ਦਿਸਦੀ ਹੈ।
ਜਿਹਦੇ ਨਾਲ ਅਸੀਂ ਭੋਜਨ ਨਹੀਂ ਛਕ ਸਕਦੇ। ਭੂਪਤ ਮੈਂ ਇੱਕ ਦੋਖ ਲਖਾਵੇਂ। ਤੁਹਾਡੇ ਰਾਜੇ ਵਿੱਚ ਇੱਕ ਕਮੀ ਹੈ, ਇੱਕ ਦੋਸ਼ ਹੈ ਜਿਹੜਾ ਸਾਨੂੰ ਦਿਸਦਾ ਹੈ। ਜਹਾਂ ਨ ਦੋਖ ਹੋਤ ਹੈ ਕੋਈ। ਜਿੱਥੇ ਕੋਈ ਦੋਸ਼ ਨਹੀਂ ਹੁੰਦਾ, ਜਿਸ ਘਰ ਵਿੱਚ ਜਿਸ ਵਿਅਕਤੀ 'ਚ ਕੋਈ ਦੋਸ਼ ਨਹੀਂ ਹੁੰਦਾ, ਤਹਾਂ ਆਹਾਰ ਪੁਨੀਤੰ ਹੋਈ। ਉਥੋਂ ਦਾ ਭੋਜਨ ਪਵਿੱਤਰ ਹੁੰਦਾ। ਤੂੰ ਕਿਵੇਂ ਕਹਿ ਸਕਦਾ ਵੀ ਇਹ ਭੋਜਨ ਪਵਿੱਤਰ ਹੈ? ਮਹਾਰਾਜ ਜੀ ਕਹਿੰਦੇ ਜਿੱਥੋਂ ਦਾ ਕੋਈ ਰਾਜਾ ਜਾਂ ਕੋਈ ਵਿਅਕਤੀ ਬਿਲਕੁਲ ਦੋਸ਼ ਰਹਿਤ ਹੋਵੇ, ਉਹਦਾ ਭੋਜਨ ਪਵਿੱਤਰ ਹੁੰਦਾ। ਪਰ ਤੁਹਾਡੇ ਰਾਜੇ ਵਿੱਚ ਤਾਂ ਸਾਨੂੰ ਇੱਕ ਦੋਸ਼ ਦਿਸਦਾ, ਉਹਦੇ 'ਚ ਇੱਕ ਕਮੀ ਹੈ। ਧਰਮ ਸਿੰਘ ਸੁਨ ਬੈਨੀ ਉਚਾਰਾ। ਧਰਮ ਸਿੰਘ ਸੁਣ ਕੇ ਸਤਿਗੁਰੂ ਜੀ ਦੇ ਬਚਨ ਬੜਾ ਹੈਰਾਨ ਹੋਇਆ ਤੇ ਬੋਲਿਆ, ਹੈ ਨਿਰਦੋਖ ਪੁਹਾਲ ਹਮਾਰਾ। ਕਹਿਣ ਲੱਗਾ ਜੀ ਸਾਡਾ ਰਾਜਾ ਬਿਲਕੁਲ ਨਿਰਦੋਖ ਹੈ, ਉਹਦੇ 'ਚ ਕੋਈ ਦੋਸ਼ ਨਹੀਂ ਹੈ। ਕੌਣ ਦੋਖ ਤਿਸ ਮੈਂ ਤੁਮ ਪਾਵੋ। ਮਹਾਰਾਜ ਜੀ ਤੁਹਾਨੂੰ ਕਿਹੜਾ ਦੋਸ਼ ਉਹਦੇ 'ਚ ਦਿਸਦਾ? ਤੁਹਾਨੂੰ ਉਹਦੇ 'ਚ ਕਿਹੜੀ ਕਮੀ ਨਜ਼ਰ ਆਈ ਹੈ? ਨਿਜ ਆਨਨ ਤੇ ਹਮੇ ਬਤਾਵੋ। ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਆਪਣੇ ਮੁਖੋਂ ਫਰਮਾਵੋ। ਸ਼੍ਰੀ ਗੁਰ ਪਨੇ ਦੋਖ ਜਿਸ ਮਾਹੀ। ਮਹਾਰਾਜ ਜੀ ਕਹਿੰਦੇ ਧਰਮ ਸਿੰਘ ਜਿਹਦੇ ਵਿੱਚ ਦੋਸ਼ ਹੈ, ਸੋ ਜਾਣਤ ਨੈ ਅਪਰ ਲਖਾਈ। ਉਹ ਉਸੇ ਨੂੰ ਪਤਾ ਹੁੰਦਾ, ਦੂਜੇ ਨੂੰ ਨਹੀਂ ਪਤਾ ਹੁੰਦਾ। ਮਹਾਰਾਜ ਜੀ ਕਹਿੰਦੇ ਧਰਮ ਸਿੰਘ ਤੈਨੂੰ ਤੇਰੀ ਕਮੀ ਦਾ ਪਤਾ ਹੋਣਾ, ਦੂਜੇ ਦੀ ਥੋੜਾ ਪਤਾ। ਜਿਹਦੀ ਕਮੀ ਜਿਹਦੇ ਅੰਦਰ ਹੁੰਦੀ ਹੈ ਨਾ, ਉਹ ਉਸੇ ਨੂੰ ਪਤਾ ਹੁੰਦਾ, ਕੋਈ ਦੂਜਾ ਨਹੀਂ ਜਾਣਦਾ। ਪਰ ਮਨ ਕੀ ਕੋ ਜਾਣੇ ਗਾਥਾ। ਹੁਣ ਕਿਸੇ ਦੇ ਮਨ 'ਚ ਕੀ ਚੱਲਦਾ ਕੌਣ ਜਾਣੇ ਧਰਮ ਸਿਆ? ਕਿਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਇਹ ਕੌਣ ਜਾਣਦਾ ਹੈ? ਯੋਂ ਕਹਿ ਤੂਸ਼ਨ ਭੇ ਜਗਨਾਥਾ। ਇਹ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ, ਕੁਝ ਨਹੀਂ ਬੋਲੇ। ਦੋਹਰਾ ਪਦ ਬੰਧਨ ਕਰ ਪੁਨ ਗਇਓ। ਧਰਮ ਸਿੰਘ ਨ੍ਰਿਪ ਪਾਸ। ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਧਰਮ ਸਿੰਘ ਹੈਰਾਨ ਵੀ ਹੈ ਵੀ ਸਾਡਾ ਰਾਜਾ ਤਾਂ ਉਹਦੇ 'ਚ ਕਮੀ ਹੈ ਹੀ ਨਹੀਂ। ਇਹ ਕਹਿੰਦੇ ਨੇ ਉਹਦੇ 'ਚ ਇੱਕ ਦੋਸ਼ ਹੈ, ਜਿਹਦੇ 'ਚ ਹੁੰਦਾ ਉਹਨੂੰ ਪਤਾ ਹੁੰਦਾ, ਦੂਜੇ ਨੂੰ ਨਹੀਂ ਪਤਾ ਹੁੰਦਾ। ਇਹ ਨਮਸਕਾਰ ਕਰਕੇ ਚਲਾ ਗਿਆ। ਤ੍ਰੈ ਅਤੀਤ ਆਏ ਇਆਂ ਸੁਨੋ ਸ਼੍ਰੋਣੀ ਅਰਦਾਸ। ਇਹ ਜਾ ਕੇ ਰਾਜੇ ਕਬਲ ਨੈਣ ਨੂੰ ਮਿਲਿਆ, ਆਖਿਆ ਹੇ ਰਾਜਾ, ਆਪਣੇ ਨਗਰ ਦੇ ਬਾਹਰ ਤ੍ਰੈ ਅਤੀਤ ਮਹਾਪੁਰਸ਼ ਮਹਾਤਮਾ ਆਏ ਹੋਏ ਨੇ। ਚੌਪਈ ਏਕ ਨਗਰ ਮੈਂ ਖਾਏ ਆਹਾਰਾ। ਉਹਨਾਂ ਤਿੰਨਾਂ ਵਿੱਚੋਂ ਇੱਕ ਜਿਹੜਾ ਉਹ ਆ ਕੇ ਨਗਰ 'ਚ ਭੋਜਨ ਛਕਦਾ ਹੈ। ਦਵੈ ਬੈਠੇ ਉਦਿਆਨ ਮਜਾਰਾ। ਤੇ ਜਿਹੜੇ ਦੋ ਨੇ ਉਹ ਬਾਹਰ ਹੀ ਬੈਠੇ ਹੋਏ ਨੇ ਜੰਗਲ 'ਚ। ਉਹਨਾਂ ਨੂੰ 7 ਦਿਨ ਬੀਤ ਗਏ ਨੇ ਬੈਠਿਆਂ ਬਿਨਾਂ ਭੋਜਨ ਖਾਧਿਆਂ। ਸਪਤ ਦਿਵਸ ਪੇ ਅਸਨ ਨ ਕੀਨੋ। 7 ਦਿਨ 7 ਰਾਤਾਂ ਬੀਤ ਗਈਆਂ ਨੇ ਉਹਨਾਂ ਨੇ ਭੋਜਨ ਗ੍ਰਹਿਣ ਨਹੀਂ ਕੀਤਾ। ਮੈਂ ਲੈ ਗਇਓ ਤਦਪ ਨੈ ਲੀਨੋ। ਮੈਂ ਆਪ ਉਹਨਾਂ ਕੋਲ ਭੋਜਨ ਲੈ ਕੇ ਗਿਆ, ਪਰ ਉਹਨਾਂ ਫਿਰ ਵੀ ਭੋਜਨ ਅੰਗੀਕਾਰ ਨਹੀਂ ਕੀਤਾ। ਕਹਿਤ ਭੂਪ ਮੈਂ ਦੋਖ ਲਖਾਵੇਂ। ਮੈਂ ਪੁੱਛਿਆ ਕਿਉਂ ਨਹੀਂ ਛਕਦੇ, ਤੇ ਉਹ ਕਹਿੰਦੇ ਆ ਤੁਹਾਡੇ ਨਗਰ ਦੇ ਰਾਜੇ 'ਚ ਇੱਕ ਦੋਸ਼ ਹੈ। ਏਠਾ ਹਮ ਨੇ ਭੋਜਨ ਖਾਵੇਂ। ਇਸ ਕਰਕੇ ਅਸੀਂ ਇੱਥੋਂ ਦਾ ਭੋਜਨ ਨਹੀਂ ਛਕਣਾ। ਮੈਂ ਬੂਝੇ ਸੋ ਨਹੀਂ ਬਖਾਨੇ। ਮੈਂ ਪੁੱਛਿਆ ਵੀ ਦੱਸੋ ਜੀ ਕੀ ਦੋਸ਼ ਹੈ ਸਾਡੇ ਰਾਜੇ ਵਿੱਚ, ਤਾਂ ਉਹ ਦੱਸਦੇ ਨਹੀਂ, ਅੱਗੋਂ ਬੋਲੇ ਨਹੀਂ। ਕਹੇ ਕਿ ਨ੍ਰਿਪਤ ਹਿਰਦੇ ਸਭ ਜਾਣੇ। ਕਹਿੰਦੇ ਰਾਜੇ ਨੂੰ ਪਤਾ ਹੈ, ਰਾਜੇ 'ਚ ਜਿਹੜੀ ਖਾਮੀ ਆ ਕਮੀ ਆ ਉਹ ਰਾਜੇ ਨੂੰ ਆਪ ਹੀ ਪਤਾ। ਏਦਾਂ ਮੈਨੂੰ ਜਵਾਬ ਦਿੱਤਾ, ਕਵਲ ਨੈਣ ਸੁਨ ਕਰ ਇਹ ਬਾਤੀ। ਜਦੋਂ ਧਰਮ ਸਿੰਘ ਦੀਆਂ ਇਹ ਗੱਲਾਂ ਰਾਜੇ ਕਵਲ ਨੈਣ ਨੇ ਸੁਣੀਆਂ, ਓਏ ਬਿਸਮਾਦ ਗੁਣਤ ਬਹੁ ਭਾਂਤੀ। ਬੜਾ ਹੈਰਾਨ ਹੋਇਆ ਤੇ ਸੋਚਦਾ ਮਨ ਹੀ ਮਨ, ਚਲੋ ਸੰਤ ਦੇਖੋ ਮੈਂ ਕੈਸੇ। ਕਹਿੰਦਾ ਚਲੋ ਚੱਲ ਕੇ ਵੇਖੀਏ ਕਿਹੋ ਜਿਹੇ ਮਹਾਂਪੁਰਸ਼ ਮਹਾਤਮਾ ਨੇ, ਸੰਤ ਨੇ ਜਿਹੜੇ ਆਏ ਨੇ। ਸਪਤ ਦਿਵਸ ਕੇ ਬਾਹਰ
ਬੈਸੇ। ਜਿਹੜੇ 7 ਦਿਨ ਹੋ ਗਏ ਨੇ ਬਾਹਰ ਬੈਠੇ ਨੇ, ਨਗਰ ਵਿੱਚ ਨਹੀਂ ਆਏ। ਅਸ ਕੈ ਧਰਮ ਸਿੰਘ ਕੇ ਸੰਗਾ। ਰਾਜੇ ਕਮਲ ਨੈਣ ਨੇ ਉਸੇ ਵੇਲੇ ਧਰਮ ਸਿੰਘ ਨੂੰ ਕਿਹਾ, ਚੱਲ ਧਰਮ ਸਿਆ ਤੂੰ ਨਾਲ ਚੱਲ। ਗਮਨਿਓ ਉਰ ਮੈਂ ਦਰਸੇ ਉਮੰਗਾ। ਮਨ ਚ ਸਤਿਗੁਰਾਂ ਦੇ ਦਰਸ਼ਨਾਂ ਦੀ ਉਮੰਗ ਧਾਰਨ ਕਰਕੇ ਚੱਲ ਪਿਆ ਰਾਜਾ ਕਮਲ ਨੈਣ। ਉੱਤਮ ਵਸਤ ਭੇਟ ਲੇ ਹਾਥਾ। ਉੱਤਮ ਵਸਤੂਆਂ ਭੇਟਾ ਵਜੋਂ ਆਪਣੇ ਹੱਥਾਂ 'ਚ ਲੈ ਲਈਆਂ। ਯੋਧਾ ਸਚਿਵ ਬਹੁਤ ਜੈ ਸਾਥਾ। ਆਪਣੇ ਕੁਝ ਸਿਪਾਹੀ, ਮੰਤਰੀ, ਵਜ਼ੀਰ, ਅਹਿਲਕਾਰ ਵੀ ਨਾਲ ਲੈ ਲਏ। ਦੋਹਰਾ ਬੰਧਨ ਕਰ ਬੈਠਿਓ ਨਿਕਟ। ਰਾਜਮਾਨ ਜੈ ਨਾਏ। ਸਤਿਗੁਰੂ ਜੀ ਦੇ ਚਰਨਾਂ 'ਚ ਆ ਕੇ ਜਿਹੜੀ ਭੇਟਾ ਲਿਆਇਆ ਸੀ ਰੱਖ ਕੇ ਮੱਥਾ ਟੇਕ ਕੇ ਬੈਠ ਗਿਆ, ਜਿਹਦੇ ਮਨ 'ਚ ਮਾਣ ਨਹੀਂ ਆ ਵੀ ਮੈਂ ਰਾਜਾ ਹਾਂ ਇਸ ਨਗਰ ਦਾ। ਨਗਰ ਦੇ ਰਾਜੇ ਹੋਣ ਦਾ ਮਾਣ ਨਹੀਂ, ਬੜਾ ਨਿਮਾਣਾ ਜਿਹਾ ਬਣ ਕੇ ਸਤਿਗੁਰਾਂ ਦੇ ਚਰਨਾਂ 'ਚ ਬੈਠ ਗਿਆ ਜ਼ਮੀਨ ਤੇ। ਕੌਣ ਦੋਖ ਮਮ ਸੰਤ ਜੀ। ਗੁਰੂ ਕਾਏ ਪੁਨ ਤਾਏ। ਕਹਿਣ ਲੱਗਾ, ਮਹਾਰਾਜ ਮੈਂ ਆਪਣੀ ਕਮੀ ਪੁੱਛਣ ਆਇਆ ਹਾਂ, ਕਿਰਪਾ ਕਰਕੇ ਦੱਸੋ ਸੰਤ ਜੀ ਮੇਰੇ 'ਚ ਕੀ ਦੋਸ਼ ਹੈ ਕਿ ਆਪ ਜੀ ਨੇ ਸਾਡੇ ਨਗਰ ਦਾ ਭੋਜਨ ਅੰਗੀਕਾਰ ਨਹੀਂ ਕੀਤਾ। ਇਹ ਕਹਿ ਕੇ ਕਿ ਤੁਹਾਡੇ ਨਗਰ ਦੇ ਰਾਜੇ 'ਚ ਦੋਸ਼ ਹੈ। ਮਹਾਰਾਜ ਸੁਆਮੀ ਜੀ, ਸੰਤ ਜੀ ਕਿਰਪਾ ਕਰਕੇ ਦੱਸੋ ਮੇਰੇ 'ਚ ਕਿਹੜਾ ਦੋਸ਼ ਹੈ। ਜੋ ਭਾਈ ਪਉ ਨ੍ਰਿਪ ਤੁਮ ਜਾਣਤ ਮਨ ਐਸੇ। ਸਤਿਗੁਰੂ ਜੀ ਸੁਣ ਕੇ ਬੋਲੇ, ਕਹਿੰਦੇ ਰਾਜਾ ਕਮਲ ਨੈਣ ਸੁਣ, ਤੂੰ ਆਪਣੇ ਮਨ ਵਿੱਚ ਇਉਂ ਸਮਝਦਾ ਹੈ, ਤੂੰ ਆਪਣੇ ਮਨ ਵਿੱਚ ਇਉਂ ਜਾਣਦਾ ਹੈ ਜੀ ਮਾਨਵ ਸਭ ਹਮਰੇ ਜੈਸੇ। ਇਹ ਜਿੰਨੇ ਮਨੁੱਖ ਨੇ ਸਾਰੇ ਮੇਰੇ ਵਰਗੇ ਹਨ। ਤੋ ਕਿਉਂ ਆਪਨ ਮਨਾਵੇਂ ਆਨਾ। ਤੂੰ ਇਹ ਸਮਝਦਾ ਵੀ ਇਹ ਸਾਰੇ ਬੰਦੇ ਮੇਰੇ ਵਰਗੇ ਨੇ, ਤਾਂ ਫਿਰ ਇਹ ਦੱਸ ਜਿਹੜੇ 17 ਰਾਜਿਆਂ ਨੂੰ ਆਪਣੀ ਆਨ ਮਨਾਉਣਾ ਵੀ ਉਹ ਫਿਰ ਤੇਰੇ ਵਰਗੇ ਨਹੀਂ ਗੇ? ਇਹਨਾਂ ਨੂੰ ਆਪਣੀ ਆਨ ਮਨਾਉਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੇਖੋ ਮੇਰੇ ਸਾਹਿਬ ਦੀ ਕੈਸੀ ਸੂਖਮ ਖੇਡ ਦੀ ਵਰਤਾਰੇ ਦੀ ਵਰਤ। ਜਦੋਂ ਆਨ ਮਨਾਉਣਾ ਕਿਸੇ ਨੂੰ, ਉਦੋਂ ਤੈਨੂੰ ਤੇਰੇ ਵਰਗੇ ਨਹੀਂ ਨਜ਼ਰ ਆਉਂਦੇ। ਜਦੋਂ ਆ ਕੇ ਉਹ ਤੇਰੇ ਅੱਗੇ ਹੱਥ ਜੋੜ ਕੇ ਖਲੋਂਦੇ ਐ, ਤੇਰੀ ਆਗਿਆ ਦੇ ਵਿੱਚ ਚੱਲਦੇ ਐ, ਉਹਨਾਂ ਨੂੰ ਜਦੋਂ ਤੂੰ ਆਪਣੀ ਆਨ ਮਨਾਉਣਾ ਕਿ ਫਿਰ ਉਹ ਤੈਨੂੰ ਆਪਣੇ ਵਰਗੇ ਨਹੀਂ ਦਿਸਦੇ। ਉਦਾਂ ਤੂੰ ਕਹਿਣਾ ਸਾਰੇ ਮੇਰੇ ਵਰਗੇ ਨੇ। ਹਾਂਜੀ, ਮਿਟਾ ਨ ਤੁਮਰੇ ਮਨ ਤੇ ਮਾਨਾ। ਇਸ ਕਰਕੇ ਹੇ ਰਾਜਾ ਕਮਲ ਨੈਣ, ਇਹ ਜਿਹੜਾ ਮਾਣ ਹੈ ਨਾ, ਇਹ ਮਾਣ ਤੇਰੇ ਹਿਰਦੇ ਚੋਂ ਮਿਟਿਆ ਨਹੀਂ ਹੈ। ਇਹ ਮਾਣ ਤੇਰੇ ਹਿਰਦੇ ਚੋਂ ਮਿਟਿਆ ਨਹੀਂ, ਬਸ ਇਹੀ ਦੋਸ਼ ਹੈ ਤੇਰੇ ਅੰਦਰ। ਵੱਡੋ ਕਠਨ ਹੈ ਤਜਨ ਹੰਕਾਰਾ। ਸਭ ਤੋਂ ਔਖਾ ਕੰਮ ਹੈ ਇਸ ਮਾਣ ਨੂੰ ਛੱਡਣਾ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਆਏ ਨੂੰ ਛੱਡਣਾ ਔਖਾ ਹੈ। ਕਿਸੇ ਵਸਤੂ ਨੂੰ ਛੱਡ ਦੇਣਾ, ਕਿਸੇ ਪਦਾਰਥ ਨੂੰ ਤਿਆਗ ਦੇਣਾ ਸੌਖਾ ਹੈ। ਉਸ ਤਿਆਗੇ ਹੋਏ ਪਦਾਰਥ ਦਾ ਮਾਣ ਤਿਆਗਣਾ, ਇਹ ਬੜੀ ਕਠਿਨ ਖੇਡ ਹੈ। ਕੋਈ ਕਹਿੰਦਾ ਜੀ ਮੈਂ ਚਾਹ ਪੀਣੀ ਛੱਡ ਦਿੱਤੀ ਹੈ, 30 ਸਾਲ ਹੋ ਗਏ ਨੇ ਮੈਂ ਚਾਹ ਨਹੀਂ ਪੀਤੀ। ਨਹੀਂ ਪੀਤੀ ਬਈ ਧੰਨਵਾਦ, ਉਨੀ ਪੱਤੀ ਬਚੀ, ਖੰਡ ਬਚੀ, ਪਰ ਉਸ ਦੇ ਤਿਆਗਣ ਤੋਂ ਬਾਅਦ ਉਹਦਾ ਮਾਣ ਤਾਂ ਨਹੀਂ ਨਾ ਤਿਆਗਿਆ। ਮੈਂ ਆਹ ਵਸਤੂ ਛੱਡ ਦਿੱਤੀ ਹੈ ਜੀ, ਮੈਂ ਆਹ ਖਾਣਾ ਤਿਆਗ ਦਿੱਤਾ ਹੈ, ਪਰ ਤਿਆਗੇ ਹੋਏ ਦਾ ਮਾਣ ਤਿਆਗਣਾ, ਪਾਤਸ਼ਾਹ ਕਹਿੰਦੇ ਤਿਆਗਣਾ ਤਾਂ ਇਹ ਸੀ, ਇਸ ਨੂੰ ਤਿਆਗਣਾ ਸੀ। ਹੇ ਰਾਜਾ, ਇਸ ਨੂੰ ਤਿਆਗਣ ਤੋਂ ਬਾਅਦ ਫਿਰ ਤੂੰ ਉਹ ਹੋ ਜਾਵੇਂਗਾ ਜਿੱਥੋਂ ਮੂਲ ਤੋਂ ਤੂੰ ਉਤਪੰਨ ਹੋਇਆ ਹੈ। ਇਹ ਮਾਣ ਹੈ ਜੋ ਤੇਰੇ ਵਿੱਚ ਤੇ ਉਸ ਨਿਰੰਕਾਰ ਵਿੱਚ ਪਰਦਾ ਬਣਿਆ। ਇਸ ਪਰਦੇ ਨੂੰ ਪਾੜਨ ਵਾਸਤੇ ਅਸੀਂ ਤੇਰੇ ਕੋਲ ਪਹੁੰਚੇ ਹਾਂ। ਹਾਂਜੀ, ਜਿਸਨੇ ਗ੍ਰਸ ਲੀਨੋ ਜਗ ਸਾਰਾ। ਹੇ ਰਾਜਾ, ਇਹ ਮਾਣ ਇਤਨਾ ਬਲੀ ਹੈ ਕਿ ਇਹਨੇ ਸਾਰੇ ਜੱਗ ਨੂੰ ਗਰਸਿਆ ਹੋਇਆ, ਸਾਰੇ ਸੰਸਾਰ ਨੂੰ ਗਰਸਿਆ ਹੋਇਆ। ਬੜੀ ਔਖੀ ਖੇਡ ਹੈ ਖਾਲਸਾ ਜੀ ਮਾਣ ਦੀ। ਸੁੱਤੇ ਸਿੱਧ ਸੁਭਾਵਕ ਆ ਹੀ ਜਾਂਦਾ ਹੈ। ਸੁਭਾਵਕ ਇਹ ਮਾਣ ਦੀ ਪ੍ਰਵਿਰਤੀ ਹਿਰਦੇ 'ਚ ਬਣ ਜਾਂਦੀ। ਇੱਕ ਪ੍ਰੋਫੈਸਰ ਵੱਡੀ ਯੂਨੀਵਰਸਿਟੀ ਹੈ ਪੈਰਿਸ ਦੀ, ਉਹਦੇ 'ਚ ਪੜ੍ਹਾ ਰਿਹਾ।
ਇਤਿਹਾਸ ਦਾ ਸਬਜੈਕਟ ਹੈ। ਕਹਿੰਦਾ ਬੱਚਿਓ ਇਹ ਦੱਸੋ ਪੂਰੇ ਸੰਸਾਰ ਭਰ ਵਿੱਚ ਸਭ ਤੋਂ ਉੱਤਮ ਦੇਸ਼ ਕਿਹੜਾ ਹੈ? ਉਹ ਕਹਿੰਦੇ ਸਾਡਾ ਦੇਸ਼ ਫਰਾਂਸ। ਉਹ ਫਿਰ ਪੁੱਛਦਾ ਹੈ ਫਰਾਂਸ ਵਿੱਚ ਸਭ ਤੋਂ ਉੱਤਮ ਸ਼ਹਿਰ ਕਿਹੜਾ? ਕਹਿੰਦੇ ਜੀ ਪੈਰਿਸ। ਉਹ ਫਿਰ ਪੁੱਛਦਾ ਪੈਰਿਸ ਵਿੱਚ ਸਭ ਤੋਂ ਉੱਤਮ ਸ੍ਰੇਸ਼ਟ ਥਾਂ ਕਿਹੜੀ? ਕਹਿੰਦੇ ਸਾਡੀ ਯੂਨੀਵਰਸਿਟੀ ਹੈ ਵਿਸ਼ਵ ਵਿਦਿਆਲਾ। ਕਹਿੰਦਾ ਇਹਦੇ ਵਿੱਚ ਸਭ ਤੋਂ ਸ੍ਰੇਸ਼ਟ ਸਬਜੈਕਟ ਵਿਸ਼ਾ ਕਿਹੜਾ? ਕਹਿਣ ਲੱਗੇ ਜੀ ਜਿਹੜਾ ਇਤਿਹਾਸ ਆ ਤੁਸੀਂ ਪੜ੍ਹਾ ਰਹੇ ਹੋ। ਕਹਿੰਦਾ ਉਸ ਇਤਿਹਾਸ ਨੂੰ ਪੜ੍ਹਾਉਣ ਵਾਲਾ ਪੂਰੇ ਸੰਸਾਰ ਵਿੱਚ ਸਭ ਤੋਂ ਸਰਵੋਤਮ ਵਿਅਕਤੀ ਕੌਣ? ਕਹਿੰਦਾ ਫਿਰ ਮੈਂ ਹੀ ਹੋਇਆ ਨਾ। ਕਿਸੇ ਨੇ ਮਾਣ ਹੀ ਰੱਖਣਾ ਨਾ ਹਿਰਦੇ 'ਚ, ਤੇ ਮਾਣ ਕਿਸੇ ਵੀ ਤਰੀਕੇ ਕਿਸੇ ਵੀ ਜਗ੍ਹਾ ਤੇ ਆਣ ਟਿਕਦਾ ਹੈ। ਮਾਣ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਪਾਤਸ਼ਾਹ ਕਹਿੰਦੇ ਮਾਣ ਐਸਾ ਹੈ ਰਾਜਾ ਕਮਲ ਨੈਣ, ਇਹਨੇ ਸੰਸਾਰ ਦੇ ਸਮਸਤ ਵਿਅਕਤੀਆਂ ਨੂੰ ਆਪਣੀ ਗ੍ਰਿਫਤ ਵਿੱਚ ਗਰਸਿਆ ਹੋਇਆ। ਜਨਮ ਮਰਨ ਬੰਧਨ ਕੋ ਦਾਤਾ। ਇਸੇ ਮਾਣ ਕਰਕੇ ਜੀਵ ਜੰਮਦਾ, ਇਸੇ ਮਾਣ ਕਰਕੇ ਜੀਵ ਮਰਦਾ ਹੈ। ਇਹ ਜਨਮ ਮਰਨ ਦਾ ਦਾਤਾ ਹੈ। ਜਨਮ ਤੇ ਮਰਨ ਦਾ ਮੂਲਤଃ ਕਾਰਨ ਹੈ ਇਹ ਮਾਣ, ਜਿਹੜਾ ਹਿਰਦੇ ਵਿੱਚ ਜੀਵ ਆਪਣੇ ਮਨ ਵਿੱਚ ਕਰਦਾ ਹੈ। ਇਸੇ ਜੀਤ ਨੂੰ ਜੇ ਨਰ ਜਾਤਾ। ਕਦੇ ਤੇ ਨੌਵੇਂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਮਨ ਕਾ ਮਾਨ ਤਿਆਗੋ। ਗਰੀਬ ਨਵਾਜ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਕਿਉਂਕਿ ਇਹ ਜਨਮ ਮਰਨ ਦਾ ਮੂਲ ਕਾਰਨ ਹੈ। ਇਹ ਜਨਮ ਮਰਨ ਉਦੋਂ ਤੱਕ ਨਹੀਂ ਮਿਟਣਾ ਜਦੋਂ ਤੱਕ ਇਹ ਮਾਣ ਨਹੀਂ ਤਿਆਗਦੇ। ਸੋ ਸੂਰਾ ਜਗ ਮੈਂ ਪ੍ਰਧਾਨਾ। ਸੂਰਮਾ ਉਹੀ ਹੈ ਇਸ ਸੰਸਾਰ ਵਿੱਚ, ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਮਾਣ ਤੇ ਜਿੱਤ ਪ੍ਰਾਪਤ ਕਰ ਲਵੇ। ਸੂਰਮਾ ਉਹ ਹੈ ਜਿਹੜਾ ਮਾਣ ਨੂੰ ਵਿਜয়ੀ ਹੋ ਜੇ, ਮਾਣ ਤੇ ਜਿੱਤ ਪ੍ਰਾਪਤ ਕਰ ਲੇ, ਉਹ ਸੂਰਾ ਪ੍ਰਧਾਨ ਸੂਰਮਾ ਹੈ। ਉਹੀ ਇਹ ਸੰਸਾਰ ਵਿੱਚ ਸੂਰਮਾ ਹੈ ਜਿਹੜਾ ਇਸ ਨੂੰ ਜਿੱਤ ਲਵੇ। ਪਾਤਸ਼ਾਹ ਦੇ ਬਚਨ ਨੇ ਜਾ ਕੋ ਹਰ ਰੰਗ ਲਾਗੋ, ਇਸ ਜੁਗ ਮਹਿ ਤੋ ਕਹੀਅਤ ਹੈ ਸੂਰਾ ਆਤਮ ਜਣਾ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ। ਪੂਰਾ ਆਤਮ ਜਣਾ ਮਨ ਜਿੱਤਣਾ, ਮਨ ਜਿੱਤਣਾ ਯਾਨੀ ਕਿ ਮਾਨ ਨੂੰ ਜਿੱਤਣਾ। ਉਹੀ ਇਸ ਕਲੀ ਕਾਲ ਵਿੱਚ ਪਾਤਸ਼ਾਹ ਕਹਿੰਦੇ ਪ੍ਰਧਾਨ ਸੂਰਮਾ ਹੈ। ਕਰੇ ਵਿਜੇ ਪੁਨ ਮੋਹ ਮਹਾਨਾ। ਮਹਾਰਾਜ ਜੀ ਕਹਿੰਦੇ ਜਿਹੜਾ ਮੋਹ ਨੂੰ ਜਿੱਤ ਲਵੇ, ਮਮਤਾ ਤੇ ਵਿਜੇ ਪ੍ਰਾਪਤ ਕਰ ਲਵੇ, ਉਹ ਸੂਰਮਾ ਹੈ। ਭੂਪ ਕਹੇ ਮੈਂ ਕਹੋ ਨਾ ਕੋਈ। ਅੱਗੋਂ ਰਾਜਾ ਕਮਲ ਨੈਣ ਬੋਲਿਆ, ਕਹਿੰਦਾ ਜੀ ਮੈਂ ਤਾਂ ਨਹੀਂ ਆਖਦਾ ਕਿਸੇ ਨੂੰ ਮੇਰੀ ਆਨ ਮੰਨੋ। ਕਹਿੰਦਾ ਜੀ ਮਹਾਰਾਜ ਮੈਂ ਨਹੀਂ ਜੇ ਆਖਦਾ ਕਿਸੇ ਨੂੰ, ਕਿਸੇ ਰਾਜੇ ਨੂੰ ਕਿ ਮੇਰੀ ਆਨ ਮੰਨੋ। ਆਪੇ ਆਨ ਮਾਨ ਹੈ ਸੋਈ। ਮਹਾਰਾਜ ਜੀ ਉਹ ਆਪ ਹੀ ਆ ਕੇ ਆਨ ਮੰਨਦੇ ਨੇ ਮੇਰੀ। ਤਦਪ ਜੇ ਮੁਝ ਮੈਂ ਲਖੋ ਹੰਕਾਰਾ। ਫਿਰ ਵੀ ਜੇ ਆਪ ਜੀ ਨੂੰ ਨਜ਼ਰ ਆਉਂਦਾ ਹੈ ਮੇਰੇ ਅੰਦਰ ਹੰਕਾਰ, ਕਰੋ ਸੰਤ ਜੀ ਆਪ ਬਿਦਾਰਾ। ਕਿਰਪਾ ਕਰੋ ਮੇਰੇ ਇਸ ਅਹੰਕਾਰ ਨੂੰ ਮਿਟਾ ਦਿਓ, ਦੂਰ ਕਰ ਦਿਓ। ਗੁਰ ਕਹੇ ਕਿਓ ਹਾਨ ਜਿਮਾਨਾ। ਮਹਾਰਾਜ ਜੀ ਕਹਿੰਦੇ ਰਾਜਾ ਕਮਲ ਨੈਣ ਸੁਣ ਜੇ ਤੂੰ ਹੰਕਾਰ ਛੱਡ ਦਿੱਤਾ, ਸੁਦਰ ਸੈਨ ਕੀ ਮਾਨੋ ਆਨਾ। ਤੇ ਫਿਰ ਰਾਜੇ ਸੁਦਰ ਸੈਨ ਦੀ ਆਨ ਮੰਨੇਗਾ? ਕਿੱਥੇ ਆਨ ਮਨਾਉਣਾ 17 ਰਾਜਿਆਂ ਤੋਂ, ਤੇ ਜੇ ਮਾਣ ਛੱਡਿਆ ਤੇ ਫਿਰ ਆਨ ਮੰਨੇਗਾ ਰਾਜੇ ਸੁਦਰ ਸੈਨ ਦੀ? ਤੇਰੇ ਤੋਂ ਛੋਟਾ ਰਾਜਾ, ਉਹਦੀ ਆਨ ਮੰਨੇਗਾ? ਇਹ ਪਾਤਸ਼ਾਹ ਨੇ ਬਚਨ ਕਹੇ ਤੋ ਹਮ ਜਾਣेंगे ਨਿਰਦੋਖੂ। ਫਿਰ ਅਸੀਂ ਜਾਣਾਂਗੇ ਵੀ ਤੇਰੇ ਅੰਦਰ ਕੋਈ ਦੋਸ਼ ਨਹੀਂ ਰਿਹਾ। ਮਨੇ ਜੇ ਬਚ ਹੋਏ ਜੀਵਨ ਮੋਖੂ। ਤੇ ਜੇ ਸਾਡਾ ਬਚਨ ਮੰਨੇਗਾ ਮੋਕਸ਼ ਨੂੰ ਪ੍ਰਾਪਤ ਹੋਵੇਗਾ। ਰਾਜਨ ਰਾਜ ਸਪਤ 10 ਕੇਰੋ। ਆ ਜਿਹੜੇ 17 ਰਾਜੇ ਹਨ ਤੇਰੇ ਅਧੀਨ, ਇਹ ਹੰਤਾ ਹਤ ਕਰੋ ਨਿਬੇਰੋ। ਇਹ 17 ਰਾਜੇ ਮੇਰੀ ਆਨ ਮੰਨਦੇ ਨੇ, ਹੰਕਾਰ ਆਪਣੇ ਹਿਰਦੇ ਚੋਂ ਛੱਡ ਦੇ। ਦੋਹਰਾ ਹਰਖਤ ਪਾਦਰਸ਼ਨ ਪਰਸ ਸੁਨਤ ਨਰੇਸ਼ ਅਲਾਏ। ਸਤਿਗੁਰੂ ਜੀ ਦੇ ਦਰਸ਼ਨ ਪਰਸ ਕੇ ਰਾਜਾ ਕਮਲ ਨੈਣ ਇਤਨਾ ਖੇੜੇ ਵਿੱਚ ਆਇਆ, ਖੇੜੇ ਵਿੱਚ ਹਿਰਦਾ ਖਿੜਿਆ
ਹੱਥ ਜੋੜ ਕੇ ਕਹਿਣ ਲੱਗਾ, ਸੁਦਰ ਸੈਨ ਕੇ ਸਵਾਨ ਜੇ ਕਹੋ ਪਰੋਂ ਤਿਨ ਪਾਏ। ਮਹਾਰਾਜ ਸੰਤ ਜੀ ਹੁਕਮ ਕਰੋ, ਆਗਿਆ ਕਰੋ, ਜੇ ਆਪ ਜੀ ਦਾ ਫਰਮਾਨ ਹੋਵੇ। ਰਾਜਾ ਸੁਦਰਸੈਨ ਤਾਂ ਮੇਰੇ ਸਿਰ ਦਾ ਤਾਜ ਹੈ ਹੀ, ਜੇ ਹੁਕਮ ਕਰੋ ਕਿ ਮੈਂ ਰਾਜੇ ਸੁਦਰਸੈਨ ਦੇ ਕੁੱਤੇ ਦੇ ਪੈਰਾਂ ਤੇ ਵੀ ਮੱਥਾ ਟੇਕਦਾ। ਇਹਨੂੰ ਕਹਿੰਦੇ ਮਾਣ ਤਿਆਗਣ। ਮਹਾਰਾਜ ਆਪ ਜੀ ਦਾ ਹੁਕਮ, ਆਗਿਆ ਮੰਨਣੀ। ਰਾਜੇ ਸੁਦਰਸੈਨ ਦੇ ਕੂਕਰ ਨੂੰ ਵੀ ਮੈਂ ਪ੍ਰਣਾਮ ਕਰਨ ਨੂੰ ਤਿਆਰ ਹਾਂ। ਚੌਪਈ ਪਰਮ ਪ੍ਰਸੀਦੇ ਪੰਕਜ ਨੈਣਾ। ਇੱਥੇ ਤੇ ਕਿਸੇ ਤੇ ਸਟੇਜ ਦਾ ਨਾਂ ਨਾ ਲਿਆ ਜਾਵੇ ਵੀ ਫਲਾਣਾ ਚੌਧਰੀ ਹੈ ਜੀ, ਫਲਾਣੇ ਲੱਗਰ ਦਾ, ਫਲਾਣੇ ਇਲਾਕੇ ਦਾ, ਤੇ ਉਹ ਚੜਿਆ ਫਿਰਦਾ ਹੁੰਦਾ। ਕੋਈ ਨਹੀਂ, ਸੈਕਟਰੀ ਨੂੰ ਕਹਿ ਕੇ ਜਾਂਦਾ ਹੁੰਦਾ ਹੌਲੇ ਜੇ, ਕੋਈ ਨਹੀਂ। ਸੈਕਟਰੀ ਵੀ ਡਰਿਆ ਫਿਰਦਾ, ਹੁਣ ਪਤਾ ਨਹੀਂ ਕੀ ਕਰੇਗਾ, ਨਾਂ ਨਹੀਂ ਲਿਆ ਭੁਲੇਖੇ ਨਾਲ। ਇੱਥੇ ਇਹੋ ਜਿਹੇ ਰਾਜੇ 17 ਰਾਜੇ ਆਨ ਮੰਨਦੇ ਐ। ਜੇ ਗੁਰੂ ਬਾਬੇ ਨੇ ਕਿਹਾ ਮਾਣ ਛੱਡਣਾ ਪੈਣਾ, ਤੇ ਕਹਿੰਦਾ ਮਹਾਰਾਜ ਰਾਜੇ ਸੁਦਰਸੈਨ ਦੇ ਚਰਨਾਂ ਦੇ ਵਿੱਚ ਮੇਰਾ ਸੀਸ ਹੈ, ਜੇ ਹੁਕਮ ਕਰੋ ਮੈਂ ਤਾਂ ਉਹਦੇ ਕੂਕਰ ਨੂੰ ਵੀ ਪ੍ਰਣਾਮ ਕਰਨ ਨੂੰ ਤਿਆਰ ਹਾਂ। ਇਹ ਮਾਣ ਤਿਆਗਣ ਦੀ ਅਵਸਥਾ ਸੀ। ਇਹ ਸੀ ਸਮਰਪਣ ਦਾ ਭਾਵ ਜੋ ਰਾਜੇ ਕਵਲ ਨੈਣ ਦੇ ਹਿਰਦੇ ਵਿੱਚ ਹੈ। ਤਨ ਤਨ ਨ੍ਰਿਪ ਉਚਰਤ ਬੈਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਖੁਸ਼ ਹੋਏ, ਤੇ ਖੁਸ਼ ਹੋ ਕੇ ਕਹਿੰਦੇ ਰਾਜਾ ਕਵਲ ਨੈਣ ਤੂੰ ਧਨ ਹੈ, ਰਾਜਾ ਕਵਲ ਨੈਣ ਤੂੰ ਧਨ ਹੈ। ਇਹ ਬਚਨ ਸਤਿ ਸ੍ਰੀ ਅਕਾਲ। ਤੂੰ ਧਨ ਹੋ ਗਿਆ ਹੈ। ਜਨਕ ਸਮਾਨ ਤੋਰ ਵਡਿਆਈ। ਤੇਰੀ ਵਡਿਆਈ ਰਾਜੇ ਜਨਕ ਦੇ ਸਮਾਨ ਹੋ ਗਈ ਹੈ। ਤਿਸ ਕੀ ਸੇਵਾ ਸੇਵਤ ਪਾਈ। ਦਰਅਸਲ ਇਹ ਫਲ ਵੀ ਤੈਨੂੰ ਰਾਜੇ ਜਨਕ ਦੀ ਸੇਵਾ ਦਾ ਪ੍ਰਾਪਤ ਹੋਇਆ। ਮਹਾਰਾਜ ਜੀ ਆ ਜਿਹੜਾ ਰਾਜ ਭਾਗ ਮਿਲਿਆ, ਰਾਜੇ ਜਨਕ ਨੂੰ ਸੇਵਿਆ ਸੀ, ਉਹਦਾ ਫਲ ਮਿਲਿਆ। ਅਸ ਪ੍ਰਕਾਰ ਜਬ ਸੁਨਿਓ ਰਾਜਾਨਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਉਹਦੀ ਸੇਵਾ ਕੀਤੀ, ਉਹਦਾ ਫਲ ਮਿਲਿਆ ਤੈਨੂੰ। ਕਹਿਣ ਲੱਗਾ ਮਹਾਰਾਜ ਆਪ ਜੀ ਨੇ ਜੋ ਇਹ ਬਚਨ ਕਹੇ ਨੇ, ਕਰ ਸੰਸੇਯੋਂ ਬਚਨ ਬਖਾਨਾ। ਮਹਾਰਾਜ ਮੈਂ ਕਦੋਂ ਜਨਕ ਨੂੰ ਸੇਵਿਆ? ਪੁੱਛਦਾ ਹੈ। ਮਹਾਰਾਜ ਜੀ ਦੇ ਚਰਨਾਂ 'ਚ ਪੂਰਬਲੇ ਭਵ ਕੀ ਸੁਧ ਜਾਨੋ। ਮਹਾਰਾਜ ਤੁਸੀਂ ਮੇਰੇ ਪੂਰਬਲੇ ਜਨਮ ਦੀ ਸੋਝੀ ਜਾਣਦੇ ਹੋ। ਤੋ ਸਗਰੋ ਪ੍ਰਸੰਗ ਬਖਾਨੋ। ਮਹਾਰਾਜ ਜੀ ਮੇਰਾ ਸਾਰਾ ਪ੍ਰਸੰਗ ਦੱਸੋ। ਕਿਸ ਪ੍ਰਕਾਰ ਮੈਂ ਸੇਵਾ ਕੀਨੀ। ਮਹਾਰਾਜ ਮੈਂ ਕਿਵੇਂ ਸੇਵਾ ਕੀਤੀ ਸੀ ਜਨਕ ਦੀ? ਕਹਿ ਬਿਦ ਜਨਕ ਵਿਭੂਤੇ ਦੀਨੀ। ਕਿਵੇਂ ਰਾਜੇ ਜਨਕ ਕੋਲੋਂ ਮੈਨੂੰ ਇਹ ਵਰ ਮਿਲਿਆ ਰਾਜ ਦਾ? ਤੁਮ ਜੋ ਪੂਰਨ ਸੰਤ ਕਿਰਪਾਲਾ। ਮਹਾਰਾਜ ਤੁਸੀਂ ਪੂਰਨ ਸੰਤ ਕਿਰਪਾਲੂ, ਮੇਰੇ ਪੂਰਬਲੇ ਜਨਮ ਦੀ ਸੋਝੀ ਨੂੰ ਜਾਣਦੇ ਹੋ। ਮਿਲੇ ਜਮੋ ਕੋ ਭਾਗ ਵਿਸਾਲਾ। ਮੇਰੇ ਵੱਡੇ ਭਾਗ ਆਪ ਜੈਸੇ ਮਹਾਪੁਰਸ਼ਾਂ ਦਾ ਮੈਨੂੰ ਮੇਲਾ ਹੋਇਆ। ਸੁਨ ਕਰ ਬੋਲੇ ਸ਼੍ਰੀ ਜਗਤੇਸ਼ਾ। ਸੁਣ ਕੇ ਜਗਤ ਦੇ ਈਸ਼ਵਰ ਸਤਿਗੁਰੂ ਜੀ ਬੋਲੇ। ਉਤੇ ਕਾਲ ਜੈ ਜਨਕ ਨਰੇਸ਼ਾ। ਮਹਾਰਾਜ ਜੀ ਕਹਿੰਦੇ ਜਦੋਂ ਰਾਜਾ ਜਨਕ ਰਾਜ ਕਰਦਾ ਸੀ, ਸਫਾ ਚੰਦ ਤਬ ਨਾਮ ਤੁਮਾਰਾ। ਉਦੋਂ ਤੇਰਾ ਵੀ ਜਨਮ ਸੀ, ਤੇਰਾ ਨਾਂ ਸੀ ਸਫਾ ਚੰਦ। ਮਹਾਰਾਜ ਜੀ ਤੇਰਾ ਨਾਮ ਸਫਾ ਚੰਦ ਸੀ, ਤੂੰ ਰਾਜੇ ਜਨਕ ਦਾ ਸੇਵਕ ਸੀ। ਕਰੇ ਨ੍ਰਿਪਤ ਕੀ ਸੇਵੇ ਅਪਾਰਾ। ਰਾਜੇ ਜਨਕ ਦੀ ਬੜੀ ਸੇਵਾ ਕੀਤੀ ਤੂੰ। ਏਕ ਦਿਵਸ ਨ੍ਰਿਪ ਗਿਰਾ ਬਖਾਨੀ। ਇੱਕ ਦਿਨ ਕਿਤੇ ਰਾਜੇ ਜਨਕ ਨੇ ਤੈਨੂੰ ਹੁਕਮ ਲਾਇਆ, ਹਿਮ ਗਿਰ ਤਟ ਤੇ ਆਨੋ ਪਾਨੀ। ਕਿ ਜਾ ਠੰਡਾ ਪਾਣੀ ਲੈ ਕੇ ਆ। ਤੈ ਸੀਤਲ ਹੈ ਤੂਰਨ ਜਾਵੋ। ਸ਼ੀਤਲ ਜਲ ਹੈ ਹਿਮਗਿਰ ਤੋਂ ਉੱਥੋਂ ਲੈ ਕੇ ਆ। ਲਗੀ ਪਿਪਾਸ ਨ ਬਿਲਮ ਲਗਾਵੋ। ਪਿਆਸ ਲੱਗੀ ਆ, ਦੇਰੀ ਨਾਲ ਆ, ਛੇਤੀ ਪਾਣੀ ਲੈ ਕੇ ਆ। ਸੁਨ ਆਇਸ ਕੋ ਕੀਨ ਪਿਆਨਾ। ਤੂੰ ਉਹਦੀ ਆਗਿਆ ਸੁਣ ਕੇ ਪਿਆਨਾ ਕੀਤਾ, ਪਾਣੀ ਲੈਣ ਨੂੰ ਗਿਆ। ਮਗ ਮੈਂ ਇਹ ਸੰਕਲਪੇ ਉਠਾਨਾ। ਤੇ ਰਸਤੇ ਵਿੱਚ ਜਾਂਦਿਆਂ ਮਨ 'ਚ ਫੁਰਨਾ ਕੀਤਾ, ਹੋ ਜੇ ਹੁਤੋ ਕਿਤ ਦੇਸ਼ ਨਰੇਸ਼ਾ। ਮੈਂ ਜੇ ਕਿਸੇ ਦੇਸ਼ ਦਾ ਰਾਜਾ ਹੁੰਦਾ, ਅਸ ਪ੍ਰਕਾਰ ਕੀ ਕਰਤ ਨਿਦੇਸ਼ਾ। ਮੈਂ ਵੀ ਉਹ ਆਗਿਆ ਕਰਦਾ। ਤੂੰ ਫੁਰਨਾ ਕੀਤਾ ਵੀ ਜੇ ਮੈਂ ਰਾਜਾ ਹੁੰਦਾ ਤੇ ਮੈਂ ਵੀ ਏਦਾਂ ਨੌਕਰਾਂ ਚਾਕਰਾਂ ਨੂੰ ਆਗਿਆ ਕਰਦਾ ਵੀ ਮੇਰੇ ਲਈ ਪਾਣੀ ਲਿਆਓ।
ਸੁਖ ਬਿਲਾਸ ਨਿਸਬਾਸੁਰ ਜਾਸੂ ਤੇ ਮੈਨੂੰ ਵੀ ਆ ਸੋਹਣੇ ਸੁਖ ਸਮਾਨ ਰਾਜੇ ਜਨਕ ਦੇ ਸਮਾਨ ਪ੍ਰਾਪਤ ਹੁੰਦੇ। ਕਹਿਤ ਜੋਰੀ ਦੇ ਮੰਗਾਵਤ ਤਾਸੂ, ਜੋ ਮੈਂ ਚਾਹੁੰਦਾ ਮੰਗਾ ਲੈਂਦਾ। ਜੋ ਸੰਕਲਪ ਕਰਤ ਮਨ ਮਾਈ, ਇਦਾਂ ਦਾ ਸੰਕਲਪ ਮੈਂ ਆਪਣੇ ਮਨ ਚ ਕੀਤਾ। ਆਨਿਓ ਨੀਰ ਜਨਕ ਨ੍ਰਿਪ ਜਾਈ, ਤੇ ਹੇ ਸਫਾ ਚੰਦ ਤੂੰ ਰਾਜੇ ਜਨਕ ਲਈ ਪਾਣੀ ਲਿਆਇਆ ਭਰ ਕੇ। ਕੀਓ ਪਾਨ ਜਲ ਉਰਹਰ ਖਾਇਓ, ਰਾਜੇ ਜਨਕ ਨੇ ਜਦੋਂ ਠੰਡਾ ਜਿਹਾ ਜਲ ਛਕਿਆ ਬੜਾ ਖੁਸ਼ ਹੋਇਆ। ਤੁਝ ਸੋ ਭੂਪਤ ਬਚਨੀ ਅਲਾਇਓ, ਉਹ ਬੋਲਿਆ ਤੈਨੂੰ ਕਹਿਣ ਲੱਗਾ ਮੰਗ ਲਿਓ ਅਭਿਲਾਖ ਜੋ ਤੇਰੀ, ਆਖਿਆ ਮੰਗ ਵੀ ਤੈਨੂੰ ਕੀ ਚਾਹੀਦਾ। ਦਿਓ ਪਦਾਰਥ ਤਨਕ ਨ ਦੇਰੀ, ਜੋ ਪਦਾਰਥ ਚਾਹੀਦਾ ਮੈਂ ਦੇਰੀ ਨਹੀਂ ਲਾਵਾਂਗਾ। ਸੁਨ ਤੈ ਕਹਾ ਮੋਕੋ ਨਾ ਮੋਕੋ ਚਾਓ, ਇਹ ਸੁਣ ਕੇ ਤੂੰ ਫਿਰ ਰਾਜੇ ਜਨਕ ਨੂੰ ਆਖਿਆ ਜੀ ਮੈਨੂੰ ਕੋਈ ਇੱਛਾ ਨਹੀਂ। ਕਿਆ ਮੰਗੋ ਨ੍ਰਿਪ ਜੀ ਤੁਮ ਪਾਓ, ਮਹਾਰਾਜ ਜੀ ਕੀ ਮੰਗਾ ਤੁਹਾਡੇ ਕੋਲੋਂ। ਨਟਤ ਪਇਓ ਨੈ ਸਾਚ ਬਖਾਨਾ, ਥੋੜੀ ਜਿਹੀ ਸ਼ਰਮ ਕਰਕੇ ਸੱਚ ਨਹੀਂ ਦੱਸਿਆ ਵੀ ਮੈਂ ਫੁਰਨਾ ਕੀਤਾ ਸੀ ਵੀ ਮੈਂ ਵੀ ਰਾਜਾ ਬਣ ਜਾ। ਇਹ ਨਹੀਂ ਤੂੰ ਆਖਿਆ। ਓਏ ਹਦੂਰ ਆਨਨ ਸ਼ਰਮਾਨਾ, ਰਾਜੇ ਜਨਕ ਦੇ ਸਾਹਮਣੇ ਸ਼ਰਮ ਕਰ ਗਿਆ ਦੱਸਦਿਆਂ। ਅੰਤਰ ਜਾਮੀ ਜਨਕ ਨਰੇਸ਼ਾ, ਰਾਜਾ ਜਨਕ ਭਗਤ ਵੀ ਸੀ ਇਸ ਕਰਕੇ ਤੇਰੀ ਦਿਲ ਦੀ ਬੁੱਝ ਗਿਆ। ਸਭ ਜਾਨੀ ਚਿਤਵਿਓ ਹੈ ਜੈਸਾ, ਉਹਨੇ ਸਭ ਜਾਣ ਲਿਆ ਤੇਰੇ ਮਨ ਦਾ। ਤੁਝ ਸੋ ਐਸੇ ਬਚਨ ਉਬਾਚਾ, ਬੋਲਿਆ ਕਹਿਣ ਲੱਗਾ ਰਾਜਾ ਜਨਕ ਤੈ ਤੋ ਕੀਨ ਪ੍ਰਥਮ ਹੀ ਜਾਚਾ, ਕਹਿੰਦੇ ਤੂੰ ਤਾਂ ਪਹਿਲਾਂ ਹੀ ਮੰਗ ਲਿਆ ਸੀ ਜਾਣ ਵੇਲੇ, ਪਹਿਲਾਂ ਹੀ ਮਨ 'ਚ ਫੁਰਨਾ ਕਰ ਲਿਆ ਸੀ। ਦੋਹਰਾ ਮਗ ਮੈਂ ਜਬ ਸੰਕਲਪ ਪਾ, ਤਬ ਹੀ ਜਾਚਨ ਕੀਨ, ਜਿਹੜਾ ਤੂੰ ਮਨ 'ਚ ਸੰਕਲਪ ਕੀਤਾ ਉਦੋਂ ਹੀ ਮੰਗ ਲਿਆ ਸੀ ਵੀ ਮੈਂ ਵੀ ਇਦਾਂ ਦਾ ਰਾਜਾ ਹੋਵਾਂ। ਹਮ ਤੇ ਹੋਏ ਵਿਸਾਲ ਨ੍ਰਿਪ, ਅਸ ਪ੍ਰਕਾਰ ਬਰ ਦੀਨ। ਰਾਜੇ ਜਨਕ ਨੇ ਤੈਨੂੰ ਵਰ ਦਿੱਤਾ, ਆਖਿਆ ਸਫਾ ਚੰਦ ਤੂੰ ਬੜੇ ਬੜੇ ਸਤਪੁਰਸ਼ਾਂ ਦੀ ਇੱਥੇ ਆਇਆਂ ਦੀ ਸੇਵਾ ਟਹਿਲ ਕੀਤੀ ਹੈ। ਜੇ ਤੂੰ ਕਾਂਖਾ ਕੀਤੀ ਹੈ ਰਾਜ ਭਾਗ ਦੀ ਤਾਂ ਮੇਰੇ ਤੋਂ ਵੀ ਵੱਧ ਰਾਜ ਭਾਗ ਦੀ ਸੰਪਦਾ ਦਾ ਤੂੰ ਮਾਲਕ ਹੋਵੇਂਗਾ। ਇਹ ਵਰ ਤੈਨੂੰ ਰਾਜੇ ਜਨਕ ਨੇ ਦਿੱਤਾ ਸੀ। ਜੋ ਪਈ ਸੁਨ ਕਰ ਤੈ ਬੰਦੇ ਦ્વੈ ਹਾਥਾ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ। ਕਯੋ ਬਚਨ ਭੂਪਤ ਕੇ ਸਾਥਾ, ਇਹ ਰਾਜਾ ਮੈਨੂੰ ਇਹ ਦੱਸ ਆਤਮ ਗਿਆਨ ਹੇਤ ਮੈਂ ਸੇਵੇ, ਮੈਂ ਤਾਂ ਆਤਮਾ ਦੇ ਗਿਆਨ ਨੂੰ ਸੇਵਾ ਕਰਦਾ ਸੀ, ਫੁਰਨਾ ਮਾੜਾ ਹੋ ਗਿਆ ਮਨ 'ਚ। ਮੈਂ ਤਾਂ ਆਤਮਾ ਦੇ ਗਿਆਨ ਲਈ ਸੇਵਾ ਕਰਦਾ ਸੀ। ਤੈ ਤੇ ਰਿਓ ਨ ਪਾਇਓ ਪੇਵੇ, ਉਹ ਤਾਂ ਮੈਨੂੰ ਮਿਲਿਆ ਨਹੀਂ, ਉਹਦਾ ਭੇਦ ਤਾਂ ਪ੍ਰਾਪਤ ਨਹੀਂ ਹੋਇਆ। ਰਾਜ ਦਾ ਵਰ ਤੁਸੀਂ ਦੇ ਦਿੱਤਾ। ਜਨਕ ਕਿਓ ਕਲਿ ਕਾਲ ਮਜਾਰੀ, ਜਨਕ ਨੇ ਤੈਨੂੰ ਵਰ ਦਿੱਤਾ ਕਿ ਜਦੋਂ ਤੈਨੂੰ ਰਾਜ ਪ੍ਰਾਪਤ ਹੋਵੇਗਾ ਤੂੰ ਰਾਜਾ ਹੋਵੇਂਗਾ ਕਲੀ ਕਾਲ ਦੇ ਸਮੇਂ ਵਿੱਚ। ਪੂਰਨ ਗੁਰੂ ਮਿਲੇ ਇੱਕ ਬਾਰੀ, ਤੈਨੂੰ ਪੂਰਨ ਗੁਰੂ ਦਾ ਮਿਲਾਪ ਪ੍ਰਾਪਤ ਹੋਵੇਗਾ। ਤੈ ਤੇ ਪਾਵੇਂ ਆਤਮ ਗਿਆਨ, ਉਹਨਾਂ ਕੋਲੋਂ ਤੈਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ। ਕਰੇ ਜਗਤ ਕੇ ਬੰਧਨ ਹਾਨਾ, ਤੇਰੇ ਜਗਤ ਦੇ ਬੰਧਨ ਉਹੀ ਕੱਟਣਗੇ। ਕਵਲ ਨੈਣ ਪੂਰਬ ਪ੍ਰਸੰਗਾ, ਮਹਾਰਾਜ ਜੀ ਨੇ ਦਇਆ ਦ੍ਰਿਸ਼ਟੀ ਕੀਤੀ, ਕਮਲ ਨੈਣ ਨੇ ਪਿੱਛੇ ਨਿਗਾਹ ਮਾਰੀ, ਇਹਨੂੰ ਆਪਣੇ ਸਾਰੇ ਜਨਮ ਦੀ ਸੋਝੀ ਹੋ ਗਈ। ਖਾਲਸਾ ਜੀ, 3 ਕਾਲਾਂ ਦਾ ਸਾਨੂੰ ਪਤਾ ਪਿੱਛੇ ਕੀ ਹੋਇਆ, ਆ ਕੀ ਹੋਣ ਵਾਲਾ ਵਰਤਮਾਨ 'ਚ ਹੋ ਰਿਹਾ ਹੈ, ਆਉਣ ਵਾਲੇ ਸਮੇਂ 'ਚ ਜੋ ਹੋਵੇਗਾ ਉਹਦੇ ਬਾਰੇ ਵੀ ਅਸੀਂ ਜਾਣਦੇ। 3 ਕਾਲਾਂ ਤੋਂ ਪਰੇ ਇੱਕ ਐਸਾ ਦੇਸ਼ ਹੈ ਜਿੱਥੇ 3 ਕਾਲਾਂ ਨੂੰ ਵੇਖ ਕੇ ਉਹਦੇ ਤੋਂ ਨਿਰਾਲੇ ਹੋ ਕੇ ਪਤਾ ਲੱਗਦਾ ਵੀ ਇਹਨਾਂ 3 ਕਾਲਾਂ 'ਚ ਕੀ ਵਰਤਿਆ, ਕੀ ਵਰਤ ਰਿਹਾ ਤੇ ਕੀ ਵਰਤੇਗਾ। ਉਹ ਦ੍ਰਿਸ਼ਟੀ ਇੱਕ ਸਾਧੂ ਪਾਸ ਹੁੰਦੀ ਹੈ। ਉਹ 3 ਕਾਲਾਂ ਦੀ ਸਾਰੀ ਸਮੱਗਰੀ ਨੂੰ ਵੇਖ ਲੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਦ੍ਰਿਸ਼ਟੀ ਕੀਤੀ ਤੇ ਰਾਜੇ ਕਮਲ ਨੈਣ ਨੂੰ ਆਪਣੇ ਪੂਰਬਲੇ ਜਨਮ ਦੀ ਸੋਝੀ ਹੋ ਆਈ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਹੁਣ ਮੈਨੂੰ ਆਤਮ ਗਿਆਨ ਦੀ ਅਭਿਲਾਖਾ ਹੈ। ਆਪ ਤਰਸ ਕਰਕੇ ਮੇਰੀ ਇਹ ਅਭਿਲਾਖਾ ਪੂਰਨ ਕਰੋ। ਸੁਨ ਕਰ ਹਿਰਦੇ ਪੂਰੇ ਉਮੰਗਾ, ਮਹਾਰਾਜ ਜੀ ਦੇ ਚਰਨਾਂ 'ਚ ਆਪਣੇ ਹਿਰਦੇ ਦੀ ਉਮੰਗ ਪ੍ਰਗਟ ਕੀਤੀ। ਪਰਿਓ ਜਾਏ ਪਗ ਹੋਏ ਕਰ ਦੀਨਾ, ਦੀਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਬਿਨੇ ਕਰੀਬੋ ਪਾਂਤ ਪ੍ਰਬੀਨਾ, ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ, ਤੁਮ ਤੇ ਅਪਰ ਮਿਲੈ ਕੋ ਪੂਰਾ। ਮਹਾਰਾਜ ਤੁਹਾਡੇ ਤੋਂ ਵੱਧ ਪੂਰਨ ਕਿਹੜਾ ਹੈ ਇਸ ਕਲੀ ਕਾਲ ਵਿੱਚ। ਜਿਨ ਕੇ ਦਰਸ਼ਨ ਪਾ ਦੁਖ
ਦੁਖ ਦੂਰਾ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮੇਰੇ ਦੁੱਖ ਦੂਰ ਹੋ ਗਏ ਨੇ। ਚਲੋ ਨਗਰ ਮੈਂ ਕਰੋ ਪਵਿੱਤਰਾ। ਚਲੋ ਨਗਰ 'ਚ ਚੱਲ ਕੇ ਨਗਰ ਪਵਿੱਤਰ ਕਰੋ। ਬੈਠੋ ਮੰਦਰ ਵਿਖੇ ਬਚਿਤਰਾ। ਮਹਾਰਾਜ ਜੀ ਚੱਲ ਕੇ ਮੰਦਰ ਵਿੱਚ ਬੈਠੋ। ਅਨਕ ਪਾਂਤ ਕੀ ਉਸਤਤ ਕਰਕੇ। ਅਨੇਕ ਪ੍ਰਕਾਰ ਦੀ ਉਸਤਤ ਸਤਿਗੁਰਾਂ ਦੀ ਕੀਤੀ। ਆਨੇ ਨਗਰ ਭਾਉ ਉਰ ਤਰ ਕੇ। ਭਾਵਨਾ ਧਾਰਨ ਕਰਕੇ ਸਤਿਗੁਰਾਂ ਨੂੰ ਨਗਰ 'ਚ ਲਿਆਂਦਾ। ਜੈ ਕੰਚਨ ਕੋ ਮੰਦਰ ਸੋਹਤ। ਜਿੱਥੇ ਸੋਨੇ ਦੇ ਸੋਹਣੇ ਮੰਦਰ ਬਣੇ ਹੋਏ ਸੀ। ਮੁਕਤਾ ਕੀ ਚਾਲਰ ਮਨ ਮੋਹਤ। ਮੁਕਤੀਆਂ ਦੀਆਂ ਝਾਲਰਾਂ ਲਟਕਦੀਆਂ ਮਨ ਨੂੰ ਮੋਹਦੀਆਂ। ਬੀਚ ਰੁਚਰ ਪਰੇ ਅੰਕ ਡਸਾਵਾ। ਬੜਾ ਸੋਹਣਾ ਪਲੰਘਾ ਡਾਇਆ। ਤਾਂ ਪਰ ਸ੍ਰੀ ਗੁਰ ਕੋ ਬੈਸਾਵਾ। ਉੱਤੇ ਸਤਿਗੁਰੂ ਜੀ ਨੂੰ ਬਿਠਾਇਆ। ਨਾਨਾ ਪਾਂਤਨ ਸੇਵਾ ਠਾਨੀ। ਕਈ ਪ੍ਰਕਾਰ ਦੀ ਸੇਵਾ ਸਾਹਿਬ ਦੀ ਕੀਤੀ। ਨਿਜ ਕਰ ਸੋ ਨ੍ਰਿਪ ਕਰੇ ਸੁਹਾਨੀ। ਆਪਣੇ ਹੱਥੀਂ ਸਤਿਗੁਰਾਂ ਦੀ ਸੇਵਾ ਕਰਦਾ ਨੌਕਰਾਂ ਨੂੰ ਪਾਸੇ ਕਰਕੇ। ਚਿਰੰਕਾਲ ਬਸੇ ਜਗਤੇਸ਼ਾ। ਜਗਤ ਦੇ ਮਾਲਕ ਸਤਿਗੁਰੂ ਜੀ ਕੁਝ ਸਮਾਂ ਰਹੇ। ਆਤਮ ਗਿਆਨ ਨ੍ਰਿਪੇ ਉਪਦੇਸ਼ਾ। ਰਾਜੇ ਕਬਲ ਨੈਣ ਨੂੰ ਆਤਮਾ ਦੇ ਗਿਆਨ ਦਾ ਉਪਦੇਸ਼ ਦੇ ਕੇ ਗਿਆਨੀ ਬਣਾਇਆ। ਸਰਬ ਰੂਪ ਮੈਂ ਏਕ ਲਖਾਇਆ। ਸਰਬ ਰੂਪਾਂ ਵਿੱਚ ਇੱਕ ਦੇ ਦਰਸ਼ਨ ਕਰਾ ਦਿੱਤੇ। ਮਨ ਤੇ ਦੁਤੀਆ ਭਾਉ ਉਠਾਇਆ। ਮਨ ਤੋਂ ਦੂਜਾ ਭਾਉ ਦੁਬਦਾ ਦੂਰ ਕਰ ਦਿੱਤੀ। ਗ੍ਰੰਥ ਬੜਨ ਤੇ ਕੀਨ ਸਮਾਸਾ। ਔਰ ਗ੍ਰੰਥ ਵਧਣ ਤੋਂ ਕਹਿੰਦੇ ਮੈਂ ਸਮਾਸ ਕਹੀਏ ਸੰਖੇਪ ਦੇ ਵਿੱਚ ਇਹਦੀ ਵਿਚਾਰ ਕਹੀ ਹੈ। ਵਡੋ ਪ੍ਰਸੰਗ ਸੁਥੋਰ ਪ੍ਰਕਾਸ਼ਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਸ਼ਾਲ ਹੈ। ਮੈਂ ਥੋੜੇ ਰੂਪ ਚ ਵਰਣਨ ਕੀਤੀ ਹੈ। ਧਰਮਸਾਲ ਸੁੰਦਰ ਬਨਵਾਈ। ਸੋਹਣੀ ਧਰਮਸ਼ਾਲਾ ਬਣਾ ਦਿੱਤੀ ਨਗਰ ਵਿੱਚ। ਕੀਰਤ ਹੋਵਨ ਲਗੀ ਸੁਹਾਈ। ਸਤਿਗੁਰਾਂ ਦੀ ਵਡਿਆਈ ਤੇ ਕੀਰਤੀ ਹੋਣ ਲੱਗੀ। ਭਗਤ ਪ੍ਰਕਾਸ਼ ਕਰੀ ਪੁਨ ਮਾਈ। ਸਰਬ ਥਾਈਂ ਭਗਤੀ ਦਾ ਪ੍ਰਕਾਸ਼ ਹੋਇਆ। ਸਿਮਰਨ ਲਗੇ ਨਾਮ ਦੁਖਦਾਈ। ਨਾਮ ਜਪਣ ਲੱਗੇ ਦੁੱਖਾਂ ਦਾ ਨਾਸ ਕਰਨ ਵਾਲਾ ਨਾਮ ਵਾਹਿਗੁਰੂ ਜਪਣ ਲੱਗੇ। ਸ੍ਰੀ ਨਾਨਕ ਕੀ ਸੇਵਾ ਕਰੇ। ਧੰਨ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ ਹਨ। ਮੋਹ ਮਾਨ ਮਨ ਤੇ ਪਰ ਹਰੇ। ਮੋਹ ਮਾਨ ਆਦਿਕ ਹਿਰਦੇ ਚੋਂ ਤਿਆਗਦੇ ਨੇ। ਗਮਨੰ ਤਿਆਰ ਪਏ ਗੁਰੇ ਐਨਾ। ਗਰੀਬ ਨਵਾਜ ਜੀ ਨੇ ਹੁਣ ਤਿਆਰੀ ਕੀਤੀ ਇੱਥੋਂ ਚੱਲਣ ਦੀ। ਤਬ ਬੋਲੇ ਉਹ ਬਚ ਪੰਕਜ ਨੈਣਾ। ਕਮਲ ਨੈਣ ਸਤਿਗੁਰਾਂ ਨੂੰ ਬੋਲਿਆ ਕਹਿਣ ਲੱਗਾ ਮੈਂ ਤੋ ਗਮਨੋ ਸੰਗ ਤੁਮਾਰੇ। ਮਹਾਰਾਜ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ। ਦਿਓ ਰਾਜ ਪਰ ਅਪਰ ਵਿਸਾਰੇ। ਜਿਹੜਾ ਰਾਜ ਭਾਗ ਹੈ ਮੈਂ ਸਾਰਾ ਕਿਸੇ ਹੋਰ ਨੂੰ ਦੇ ਜਾਨਾ। ਸ੍ਰੀ ਗੁਰ ਬੋਲੇ ਸੁਨੋ ਪਵਾਲਾ। ਸਤਿਗੁਰੂ ਜੀ ਬੋਲੇ ਰਾਜਾ ਕਮਲ ਨੈਣ ਸੁਣ। ਰਾਜ ਜੋਗ ਤੁਮ ਕਰੋ ਵਿਸਾਲਾ। ਤੂੰ ਰਾਜ ਵੀ ਕਰਨਾ ਯੋਗ ਵੀ ਕਰਨਾ ਹੈ। ਰਾਜ ਯੋਗ ਦੋਵੇਂ ਕਮਾਉਣੇ ਹਨ। ਮਾਨੋ ਸਦਾ ਧਿਆਨ ਮਨ ਮਾਈ। ਹਿਰਦੇ 'ਚ ਹਮੇਸ਼ਾ ਪਰਮੇਸ਼ਰ ਦਾ ਧਿਆਨ ਧਾਰਨਾ। ਮੈਂ ਹੋ ਨਿਕਟ ਦੂਰ ਕਤ ਨਾਈ। ਮੈਂ ਤੁਹਾਡੇ ਨੇੜੇ ਹੀ ਆ ਦੂਰ ਨਹੀਂ। ਬਹੁ ਪ੍ਰਕਾਰ ਕਰ ਧੀਰਜ ਦੀਨੀ। ਏਦਾਂ ਧੀਰਜ ਦੇ ਕੇ ਰਾਜੇ ਕਮਲ ਨੈਣ ਨੂੰ ਚਲਨੇ ਹਿਤ ਤਿਆਰੀ ਕੀਨੀ। ਸਤਿਗੁਰਾਂ ਨੇ ਚੱਲਣ ਦੀ ਤਿਆਰੀ ਕੀਤੀ। ਪ੍ਰਭ ਨ੍ਰਿਪ ਪਰਮ ਪ੍ਰੇਮ ਮੈਂ ਪੀਨਾ। ਰਾਜੇ ਦਾ ਮਨ ਸਾਹਿਬ ਦੇ ਪ੍ਰੇਮ 'ਚ ਭਿੱਜਾ ਹੋਇਆ। ਜਿਉ ਜਲਹੀਨ ਖੀਨ ਹੋਏ ਮੀਨਾ। ਜਿਵੇਂ ਪਾਣੀ ਬਿਨਾ ਮੱਛੀ ਤੜਫਦੀਆਂ ਇਉਂ ਵਿਛੋੜੇ ਨੂੰ ਵੇਖ ਕੇ ਤੜਫਦਾ। ਕਰ ਨਰੇਸ਼ ਪਰ ਖੁਸ਼ੀ ਅਪਾਰਾ। ਸਤਿਗੁਰਾਂ ਦੀ ਬੜੀ ਖੁਸ਼ੀ ਹੋਈ ਰਾਜੇ ਕਮਲ ਨੈਣ ਤੇ। ਆਗੇ ਗਮਨੇ ਮੋਖ ਦੁਆਰਾ। ਮੁਕਤੀ ਦਾਤੇ ਸਤਿਗੁਰੂ ਜੀ ਅੱਗੇ ਨੂੰ ਚੱਲ ਪਏ। ਮਰਦਾਨੋ ਬੋ ਖਾਏ ਆਹਾਰਾ। ਬਾਬਾ ਦਿਨ ਰਹੇ ਸੀ ਭਾਈ ਮਰਦਾਨੇ ਨੇ ਚੰਗੀ ਤਰ੍ਹਾਂ ਰੀਝਾਂ ਲਾ ਲਾ ਕੇ ਭੋਜਨ ਛਕਿਆ ਸੀ। ਭਇਓ ਪੁਸ਼ਟ ਹੋਇਓ ਤਨ ਭਾਰਾ। ਬਾਬਾ 8-10 ਕਿਲੋ ਵਜਨ ਅੱਗੇ ਨਾਲੋਂ ਵੱਧ ਗਿਆ ਭਾਈ ਮਰਦਾਨੇ ਦੇ ਸਰੀਰ ਦਾ। ਦੋਹਰਾ ਚਲਿਓ ਸੰਗ ਸੁਖ ਪਾਏ ਕੈ। ਮੈਂ ਮਾਲਖੀ ਅਗਾਧ। ਸਤਿਗੁਰੂ ਜੀ ਦੇ ਚਰਨਾਂ 'ਚ ਸੁਖ ਪ੍ਰਾਪਤ ਕਰਕੇ ਮਹਿਮਾ ਅਗਾਧ ਨੂੰ ਜਾਣ ਕੇ ਰਾਜਾ ਕਮਲ ਨੈਣ ਵਿਦਾ ਕਰਨ ਵਾਸਤੇ ਆਇਆ ਅੱਗੇ। ਕਰਿਓ ਅਧਿਆਏ ਪੂਰਨ ਆਬੇ। ਕਵੀ ਸ਼੍ਰੀ ਗੁਰੂ ਆਰਾਧ। ਮਹਾਕਵੀ ਜੀ ਕਹਿੰਦੇ ਮੈਂ ਇਸ ਅਧਿਆਏ ਨੂੰ ਇੱਥੇ ਸੰਪੰਨ ਕਰਦਾ ਹਾਂ ਗੁਰੂ ਨਾਨਕ ਸਾਹਿਬ ਦੇ ਚਰਨ ਤੇ ਆ ਕੇ। ਸਤਿਗੁਰੂ ਜੀ ਕਿਰਪਾ ਕਰਨੇ ਪਾਵਨ ਵਿਚਾਰਾਂ ਸਾਡੇ ਹਿਰਦਿਆਂ 'ਚ ਵਸਣ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ